ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਹਾਂ। ਸਰਬਜੀਤ ਸਿੰਘ ਧੁੰਦਾ ਦਾ ਅਮਰੀਕਾ ਦੇ ਗੁਰੂ ਘਰਾਂ ਵਿੱਚ ਜ਼ੋਰਦਾਰ ਵਿਰੋਧ ਦੇ ਚੱਲਦਿਆਂ ਪ੍ਰਧਾਨ ਸਨੀ ਸਿੰਘ, ਭਾਈ ਜਸਵਿੰਦਰ ਸਿੰਘ ਖਾਲਸਾ, ਭਾਈ ਲਖਵਿੰਦਰ ਸਿੰਘ ਖਾਲਸਾ ਅਤੇ ਸੀਨੀਅਰ ਜਰਨਲਿਸਟ ਡਾਕਟਰ ਸੁਰਿੰਦਰ ਸਿੰਘ ਜੀ ਨਾਲ ਸਬਰੰਗ ਦੇ CEO ਹਰਜੀਤ ਸਿੰਘ ਹੁੰਦਲ ਜੀ ਨੇ ਕੀਤੀ ਗੱਲਬਾਤ। ਜਦੋਂ ਸਰਬਜੀਤ ਸਿੰਘ ਧੁੰਦਾ ਦੇ ਹਮਾਇਤਾਂ ਨਾਲ ਡਿਬੇਟ ਕਰਨ ਬਾਰੇ ਗੱਲ ਕੀਤੀ ਤਾਂ ਉਹਨਾਂ ਨੇ ਟੀਵੀ ਤੇ ਗੱਲ ਕਰਨ ਤੋਂ ਨਾ ਕਰ ਦਿੱਤਾ। ਅੱਜ ਭੇਖ ਦੀ ਪੂਜਾ ਹੋ ਰਹੀ ਹੈ। ਅੱਜ ਕੋਈ ਜੁੱਤੀ ਲੈ ਕੇ ਆ ਰਿਹਾ ਜੀ, ਇਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੁੱਤੀ ਹੈ। ਫਿਰੋਜ਼ਪੁਰ ਦੇ ਇਲਾਕੇ 'ਚੋਂ ਇੱਕ ਸਾਡੀ ਕੌਮ ਦੀ ਮਹਾਨ ਹਸਤੀ ਉਹਨੂੰ ਕਿਹਾ ਜਾ ਰਿਹਾ, ਉਹ ਜੁੱਤੀ ਲੈ ਕੇ ਥਾਂ ਥਾਂ ਤੇ ਦਰਸ਼ਨ ਕਰਾਉਂਦਾ ਫਿਰਦਾ ਜੀ। ਇਹਨੂੰ ਮੱਥੇ ਨੂੰ ਲਾਓ, ਤੁਹਾਡੀ ਬਿਮਾਰੀਆਂ ਠੀਕ ਹੋਣਗੀਆਂ। ਹੱਦ ਹੋ ਗਈ। ਮਹਾਰਾਜ ਜੀ ਤੁਸੀਂ ਇੱਕ ਗੱਲ ਦੱਸੋ ਵੀ ਤੁਸੀਂ ਪੰਜਾਬ ਬਾਣੀਆਂ ਨੂੰ ਮੰਨਦੇ ਹੋ? ਮਹਾਰਾਜ ਜੀ ਮੰਨਦੇ ਹੋ ਤੁਸੀਂ? ਹੁਣ ਦੇਖੋ ਵੀਡੀਓ ਵੀ ਲੱਗੀ ਮੈਨੂੰ ਕਲੀਅਰ ਤਾਂ ਕਰੋ। ਕੋਈ ਹੱਥ ਨਹੀਂ ਲਾਣਾ, ਹੱਥ ਨਹੀਂ ਲਾਣਾ, ਹੱਥ ਨਹੀਂ ਲਾਣਾ, ਹੱਥ ਨਹੀਂ ਲਾਣਾ ਮੈਨੂੰ। ਹੱਥ ਲਾ, ਫਿਰ ਹੱਥ ਲਾ, ਹੁਣ ਤੂੰ ਹੱਥ ਲਾ। ਠੀਕ ਹੈ, ਧੰਨਵਾਦ। ਕੋਈ ਗੱਲ ਨਹੀਂ। ਬੰਦਿਆ ਆਪਣੇ ਆਚਰਣ ਨੂੰ ਮਾੜਾ ਬਣਾ ਲਾ, ਜਾਣੀ ਕਿ ਜਿਵੇਂ ਮਾੜਾ ਬਾਹਰੋਂ ਦਿਸਦੀ ਹੈ ਵੀ ਇਹ ਰੱਬ ਦਾ ਨਾਮ ਲੈਂਦਾ, ਤੂੰ ਆਪਣਾ ਕਿਰਦਾਰ ਹੀ ਇੰਨਾ ਉੱਚਾ ਕਰ ਲਾ ਕਿ ਕਿਸੇ ਨੂੰ ਦੱਸਣ ਦੀ ਲੋੜ ਨਾ ਪਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਬਰੰਗ ਟੀਵੀ ਤੇ ਤੁਹਾਡਾ ਸਵਾਗਤ ਹੈ। ਟਾਈਮ ਟੂ ਟਾਈਮ ਕਮਿਊਨਿਟੀਆਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਕਈ ਤਰ੍ਹਾਂ ਦੇ ਮੁੱਦੇ ਉੱਠਦੇ ਰਹਿੰਦੇ ਨੇ। ਜਿਵੇਂ ਕਿ ਪਿਛਲੇ ਦਿਨਾਂ ਤੋਂ ਇੱਕ ਮੁੱਦਾ ਜਿਹੜਾ ਕਾਫੀ ਗਰਮਾਇਆ ਹੋਇਆ, ਧੁੰਦਾ ਕਥਾਵਾਚਕ, ਜਿਨ੍ਹਾਂ ਨੂੰ ਅਕਾਲ ਤਖਤ ਤੇ ਵੀ ਬੁਲਾਇਆ ਗਿਆ ਸੀ, ਲੇਕਿਨ ਉੱਥੇ ਵੀ ਇਹਨਾਂ ਨੇ ਆਪਣਾ ਪੱਖ ਰੱਖਣ ਤੋਂ ਇਨਕਾਰ ਕਰਤਾ ਸੀ। ਮੇਰਾ ਖਿਆਲ ਹੈ ਕਿ ਜੂਨ 2012 ਦੇ ਵਿੱਚ ਪੇਸ਼ ਹੋਏ ਸਨ ਅਕਾਲ ਤਖਤ ਤੇ ਧੁੰਦਾ ਜੀ। ਕਿਉਂ ਪੇਸ਼ ਹੋਏ ਨਹੀਂ, ਜਾਂ ਉਹਨਾਂ ਨੂੰ ਕਿਉਂ ਅਕਾਲ ਤਖਤ ਤੇ ਸੱਦਿਆ ਗਿਆ, ਔਰ ਉਹਨਾਂ ਦਾ ਅਮਰੀਕਾ ਦੌਰਾ, ਆਸਟ੍ਰੇਲੀਆ ਦੌਰਾ ਵਿਵਾਦਾਂ 'ਚ ਘਿਰਿਆ ਰਿਹਾ। ਆ ਪਿੱਛੇ ਜੇ ਮੱਖਣ ਸ਼ਾਹ ਲਬਾਣਾ ਗੁਰੂ ਘਰ ਨਿਊਯਾਰਕ ਦੇ ਵਿੱਚ ਵੀ ਕਾਫੀ ਰੌਲਾ ਗੌਲਾ ਰਿਹਾ। ਉਹਨਾਂ ਦਾ ਵਿਰੋਧ ਹੋਇਆ, ਆਸਟ੍ਰੇਲੀਆ ਦੇ ਵਿੱਚ ਉਹਨਾਂ ਦਾ ਵਿਰੋਧ ਹੋਇਆ, ਔਰ ਇਸ ਤੋਂ ਪਹਿਲਾਂ ਵੀ ਉਹਨਾਂ ਦਾ ਕਾਫੀ ਵਿਰੋਧ ਹੋਇਆ। ਕਿਉਂ ਵਿਰੋਧ ਹੋਇਆ, ਕਿਉਂ ਵਿਰੋਧ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ। ਔਰ ਹੁਣ ਇੱਕ ਨਵੀਂ ਜਿਹੜੀ ਗੱਲ ਸਾਹਮਣੇ ਆ ਰਹੀ ਆ ਉੱਭਰ ਕੇ ਕਿ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਦੇ ਵਿੱਚ ਵੀ ਉਹ ਇਸੇ ਵੀਕ 'ਚ ਆ ਰਹੇ ਨੇ। ਸੰਗਤਾਂ 'ਚ ਗੁੱਸਾ ਔਰ ਕਮੇਟੀ 'ਚ ਵੀ ਗੁੱਸਾ। ਸਾਡੇ ਨਾਲ ਨੇ ਗੁਰੂ ਘਰ ਦੇ ਪ੍ਰਧਾਨ ਸਨੀ ਸਿੰਘ ਔਰ ਹਰਬੰਸ ਸਿੰਘ ਜੀ ਖਾਲਸਾ ਤੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਜੀ ਗਿੱਲ। ਆਓ ਪਹਿਲਾਂ ਤਾਂ ਗੱਲ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ 6 ਆਫ USA ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਜੀ ਗਿੱਲ ਨਾਲ। ਗਿੱਲ ਸਾਹਿਬ, ਇੱਕ ਹੀ ਮੁੱਦਾ ਆਇਆ ਤੇ ਕਿਉਂ ਇੰਨਾ ਮੁੱਦਾ ਜਿਹੜਾ ਭਖਿਆ? ਦੇਖੋ, ਸਰਬਜੀਤ ਸਿੰਘ ਧੁੰਦਾ ਜਨਵਰੀ 2012 ਦੇ ਵਿੱਚ ਅਕਾਲ ਤਖਤ ਤੇ ਪੇਸ਼ ਹੋਏ, ਕਿਉਂਕਿ ਇਹ ਵਿਵਾਦਾਂ ਦਾ ਹਮੇਸ਼ਾ ਹੀ ਕਾਰਨ ਰਹੇ ਹੈ। ਕਦੇ ਗੁਰੂ ਗੋਬਿੰਦ ਸਿੰਘ ਨੂੰ ਉਹ ਗੁਰੂ ਨਹੀਂ ਮੰਨਦੇ, ਕਦੇ ਜਿਹੜਾ ਬਾਬਾ ਬਕਾਲਾ 9ਵੇਂ ਗੁਰੂ ਨੂੰ ਮੱਖਣ ਸ਼ਾਹ ਲਬਾਣਾ ਨੇ ਲੱਭਿਆ ਸੀ, ਉਹ ਮਿਥਿਹਾਸ ਇੱਕ ਸਟੋਰੀ ਦੱਸਦੇ ਹਨ। ਔਰ ਇਸ ਤੋਂ ਇਲਾਵਾ ਬਾਣੀ ਨੂੰ ਤੋੜ ਮਰੋੜ ਕੇ ਪੇਸ਼ ਕਰਦੇ ਆ, ਜਿਸ ਕਰਕੇ ਉਹਨਾਂ ਨੂੰ ਅਕਾਲ ਤਖਤ ਤੇ ਬੁਲਾਇਆ ਗਿਆ ਸੀ। ਔਰ ਉਹਨਾਂ ਨੇ ਉੱਥੇ ਐਡਮਿਟ ਕੀਤਾ ਹੈ ਵੀ ਇਨ ਫਿਊਚਰ ਅਸੀਂ ਇਹੋ ਜਿਹਾ ਕਾਰਜ ਨਹੀਂ ਕਰਾਂਗੇ। ਔਰ ਜਦੋਂ ਉਹਨਾਂ ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਤੇ ਸਾਡੇ ਗੁਰੂ ਘਰ ਨੇ ਵੀ ਇੱਕ ਵਾਰ ਬੁਲਾਇਆ ਸੀ ਉਹਨਾਂ ਨੇ, ਔਰ ਬੜਾ ਸੋਹਣਾ ਉਦੋਂ ਬੋਲ ਕੇ ਗਏ ਆ। ਲੇਕਿਨ ਦੁਬਾਰਾ ਫਿਰ ਉਹਨਾਂ ਗੁਰਬਾਣੀ ਨੂੰ ਤੋੜਨ ਮਰੋੜਨ ਵਿੱਚ ਆ ਕੇ, ਜਿਸ ਕਰਕੇ ਉਹਨਾਂ ਦਾ ਵਿਰੋਧ ਨਿਊਯਾਰਕ ਹੋਇਆ ਹੈ, ਆਸਟ੍ਰੇਲੀਆ ਦੇ ਵਿੱਚ ਹੋਇਆ ਹੈ। ਔਰ ਸਾਡੀ ਮੈਨੇਜਮੈਂਟ ਦੇ ਕੁਝ ਅਨਸਰ ਜਿਹੜੇ ਕਿ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਪਾੜਾ ਪਾਉਣਾ ਚਾਹੁੰਦੇ ਆ, ਸੰਗਤਾਂ ਨੂੰ ਤੋੜ ਫਾੜ ਕਰਨਾ ਚਾਹੁੰਦੇ ਆ, ਬਗੈਰ ਪੁੱਛਿਆ ਮੈਨੇਜਮੈਂਟ ਨੂੰ ਉਹਨਾਂ ਨੇ 27 ਤਰੀਕ ਨੂੰ ਬੁਲਾਵਾ ਦਿੱਤਾ ਹੈ, ਜਿਸ ਸੰਬੰਧੀ ਅਸੀਂ ਸਾਰੇ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨੂੰ ਗੁਰੂ ਘਰ ਤੋਂ ਦੂਰ ਰੱਖਿਆ ਜਾਵੇ। ਗੁਰੂ ਘਰ ਜਿਸ ਤਰ੍ਹਾਂ ਸ਼ਾਂਤੀ ਨਾਲ ਚੱਲਦਾ ਹੈ ਉਸ ਤਰ੍ਹਾਂ ਚੱਲਣ ਦੇ। ਔਰ ਸਾਡੇ ਨਾਲ ਗੁਰਪ੍ਰੀਤ ਸਿੰਘ ਸੰਨੀ ਪ੍ਰਧਾਨ ਬੈਠੇ ਆ, ਇਹ ਆਪਣਾ ਪੱਖ ਦੱਸਣਗੇ। ਗੁਰਪ੍ਰੀਤ ਸੰਨੀ ਜੀ, ਦੇਖੋ ਗੱਲ ਇਹ ਆ ਕਿ ਕੋਈ ਨਾ ਕੋਈ ਤੇ ਐਸੀ ਗੱਲ ਹੈਗੀ ਆ ਕਿ ਉਹਨਾਂ ਨੂੰ ਗੁਰੂ ਘਰ ਦੇ ਵਿੱਚੋਂ ਰੋਕਿਆ ਜਾਂਦਾ। ਸਨੀ ਜੀ, ਤੁਸੀਂ ਗੁਰੂ ਘਰ ਦੇ ਪ੍ਰਧਾਨ ਹੋ, 2 ਵਾਰੀ ਤੁਹਾਨੂੰ ਸੰਗਤ ਨੇ ਪ੍ਰੈਜ਼ੀਡੈਂਟ ਪ੍ਰਧਾਨ ਚੁਣਿਆ। ਇਹ ਗੁਰੂ ਘਰ 6 ਆਫ
ਐਸੋਸੀਏਸ਼ਨ ਆਫ ਬਾਲਟੀਮੋਰ, ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ, ਅਸੀਂ ਕਾਫੀ ਚਿਰ ਤੋਂ ਇਸ ਗੁਰੂ ਘਰ 'ਚ ਆਉਂਦੇ ਆ ਟਾਈਮ ਟੂ ਟਾਈਮ। ਜਦੋਂ ਵੀ ਕੋਈ ਗੁਰਪੁਰਬ ਹੁੰਦਾ ਜਾਂ ਛੋਟੇ ਬੱਚਿਆਂ ਦਾ ਗੱਤਕਾ ਮੁਕਾਬਲਾ ਹੁੰਦਾ ਜਾਂ ਕੋਈ ਧਾਰਮਿਕ ਪੱਖੋਂ ਸਮਾਗਮ ਕੀਤਾ ਜਾਂਦਾ, ਅਸੀਂ ਕਵਰ ਵੀ ਕਰਦੇ ਹਾਂ। ਔਰ ਕਦੇ ਅਸੀਂ ਸੁਣਿਆ ਨਹੀਂ ਸੀਗਾ ਕਿ ਇਸ ਗੁਰੂ ਘਰ ਦੇ ਵਿੱਚ ਕੋਈ ਐਸੀ ਧੜੇਬੰਦੀ ਹੋਏਗੀ। ਇਹ ਇੱਕ ਗੁਰੂ ਘਰ ਮਿਸਾਲ ਸੀਗਾ USA ਦੇ ਵਿੱਚ ਕਿ ਇਲੈਕਸ਼ਨ ਸਰਬਸੰਮਤੀ ਨਾਲ ਹੋਣੀ, ਜਿਹੜਾ ਗੁਰੂ ਘਰ ਦਾ ਕੋਈ ਕਾਜ ਆ ਉਹ ਸਰਬਸੰਮਤੀ ਨਾਲ ਹੋਣਾ। ਪਰ ਆਹ ਹੁਣ ਜਿਹੜਾ ਨਵਾਂ ਵਿਵਾਦ ਉੱਠਿਆ, ਇਹਦੇ ਬਾਰੇ ਸਾਨੂੰ ਵੀ ਹੈਰਾਨਗੀ ਹੋਈ ਆ। ਔਰ ਆਓ ਗੱਲ ਕਰਦੇ ਹਾਂ ਗੁਰੂ ਘਰ ਦੇ ਦੂਜੀ ਵਾਰ ਚੁਣੇ ਗਏ ਪ੍ਰਧਾਨ ਸੰਨੀ ਸਿੰਘ ਜੀ ਨਾਲ। ਸੰਨੀ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਣਾ ਚਾਹੁੰਦਾ, ਅਤੇ ਮੈਂ ਇਹ ਗੱਲ ਕਰਨਾ ਚਾਹੁੰਦਾ ਵਾਂ ਵੀ ਅਸੀਂ ਡੇਰਾ ਸਰਬਜੀਤ ਸਿੰਘ ਧੁੰਦਾ ਆ ਰਹੇ ਹੋਏ ਸਾਡੇ ਗੁਰੂ ਘਰ 27 ਤਰੀਕ ਨੂੰ, ਅਗਸਤ ਦੀ 27 ਨੂੰ 2023 ਵੀ ਮੈਨੇਜਮੈਂਟ ਨੂੰ ਪੁੱਛਿਆ ਨਹੀਂ ਗਿਆ, ਪਰ ਮੈਨੇਜਮੈਂਟ ਨੂੰ ਦੱਸਿਆ ਗਿਆ ਸੀ ਵੀ 27 ਨੂੰ ਲਿਆ ਰਹੇ ਹਾਂ। ਅੱਛਾ ਜੀ। ਵੀ ਮੈਨੂੰ ਨਹੀਂ ਕਿਸੇ ਨੇ ਵੀ ਪੁੱਛਿਆ ਸਾਡੀ ਮੈਨੇਜਮੈਂਟ 'ਚੋਂ ਵੀ ਅਸੀਂ ਉਹਨੂੰ ਸੱਦੀਏ ਜਾਂ ਨਾ ਸੱਦੀਏ, ਕਿਉਂਕਿ ਇਸ ਗੱਲ 'ਚ ਸਾਡੀ ਸੰਗਤ ਬਹੁਤ ਨਾਰਾਜ਼ ਹੋਈ ਹੈ ਵੀ ਉਹ ਚਾਹੁੰਦੇ ਵੀ ਇੱਕ ਬੰਦੇ ਦੇ ਇੰਨੀ ਕੰਟਰੋਵਰਸੀ ਇਸ ਟਾਈਮ ਚੱਲਦੀ ਪਈ ਹੈ। ਤੁਸੀਂ ਵੇਖਿਆ ਪਿਛਲੇ ਮਹੀਨੇ ਦੀ ਗੱਲ ਹੈ, ਬਾਬਾ ਮੱਖਣ ਸ਼ਾਹ ਟਿਵਾਣਾ ਗੁਰਦੁਆਰਾ ਨਿਊਯਾਰਕ, ਉੱਥੇ ਵੀ ਉਹਨਾਂ ਨਾਲ ਵਿਰੋਧ ਹੋਇਆ। ਤੁਸੀਂ ਆਸਟ੍ਰੇਲੀਆ ਵੇਖਿਆ, ਆਸਟ੍ਰੇਲੀਆ ਵੀ ਹੋਇਆ। ਅਤੇ ਮੈਂ ਨਹੀਂ ਚਾਹੁੰਦਾ ਵੀ ਸਾਡੇ ਗੁਰੂ ਘਰ 'ਚ ਜਿਹੜੇ ਬੰਦੇ 'ਤੇ ਇੰਨੀ ਕੰਟਰੋਵਰਸੀ ਚੱਲਦੀ ਪਈ ਹੈ ਉਹ ਇਸ ਟਾਈਮ ਇੱਥੇ ਆਵੇ ਅਤੇ ਸਾਡੇ ਗੁਰੂ ਘਰ 'ਚ ਵੀ ਕੋਈ ਲੜਾਈ ਹੋਵੇ ਜਾਂ ਕੋਈ ਇੱਕ ਦੂਜੇ ਨੂੰ ਚੰਗਾ ਮਾੜਾ ਕਹੀਏ। ਉਸ ਤੋਂ ਮੈਂ ਅਤੇ ਮੇਰੀ ਜਿੰਨੀ ਵੀ ਸੰਗਤ ਹੈ, ਜਿੰਨਾ ਮੈਨੂੰ 2 ਦਿਨਾਂ 'ਚ ਫੋਨ ਆਇਆ, ਕਦੀ ਨਹੀਂ ਆਇਆ, ਅਤੇ ਮੇਰੀ ਸੰਗਤ ਸਾਰੇ ਮੈਨੂੰ ਇਹੀ ਗੱਲ ਹੀ ਕਹਿੰਦੇ ਪਏ ਵੇ, ਪ੍ਰਧਾਨ ਸਾਹਿਬ ਪਲੀਜ਼ ਇਸ ਚੀਜ਼ ਨੂੰ ਰੋਕੋ ਅਤੇ ਆਪਾਂ ਨਾ ਕੰਟਰੋਵਰਸੀ ਜਿਹੜਾ ਬੰਦਾ ਹੈ ਉਹਨੂੰ ਨਾ ਸੱਦੋ, ਅਤੇ ਆਪਸ ਵਿੱਚ ਆਪਣੇ ਗੁਰੂ ਘਰ 'ਚ ਤੁਸੀਂ ਲੜਾਈ ਨਾ ਪਾਓ, ਅਤੇ ਆਪਸ ਵਿੱਚ ਆਪਾਂ ਸਾਰੇ ਭੈਣ ਭਰਾ ਰਲ ਕੇ ਰਹੀਏ। ਦੇਖੋ ਸੰਨੀ ਪ੍ਰਧਾਨ ਜੀ, ਪ੍ਰਧਾਨ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ, ਕਮੇਟੀ ਦੀਆਂ ਕੁਝ ਜ਼ਿੰਮੇਵਾਰੀਆਂ ਹੁੰਦੀਆਂ, ਜਿਹੜੀਆਂ ਜ਼ਿੰਮੇਵਾਰੀਆਂ ਕਮੇਟੀ ਦੀਆਂ ਅਤੇ ਪ੍ਰਧਾਨਗੀਆਂ ਦੀਆਂ ਨੇ। ਕੋਈ ਕਥਾਵਾਚਕ ਆਉਂਦਾ ਜਾਂ ਕੋਈ ਢਾਡੀ ਜਥਾ ਆਉਂਦਾ ਜਾਂ ਕੀਰਤਨ ਕਰਨ ਵਾਲਾ ਆਉਂਦਾ, ਪਹਿਲਾਂ ਬੋਰਡ ਆਫ ਡਾਇਰੈਕਟਰ ਨੂੰ ਪਤਾ ਹੁੰਦਾ ਜਾਂ ਕਮੇਟੀ ਨੂੰ ਪਤਾ ਹੁੰਦਾ ਕਿ ਆਹ ਬੰਦਾ ਜਿਹੜਾ ਹੈ ਇੰਨੇ ਦਿਨ ਵਾਸਤੇ ਕਥਾ ਕਰੇਗਾ, ਕੀਰਤਨ ਕਰੇਗਾ। ਇਹ ਗੱਲ ਬਹੁਤ ਮਾੜੀ ਹੈ ਕਿ ਕਮੇਟੀ ਨੂੰ ਪਤਾ ਵੀ ਨਾ ਹੋਵੇ ਅਤੇ ਸਰਬਜੀਤ ਧੁੰਦੇ ਵਰਗੇ ਜਿਹੜੇ ਵਿਵਾਦਤ ਕਥਾਵਾਚਕ ਨੇ ਉਹਨਾਂ ਨੂੰ ਗੁਰੂ ਘਰ ਦੇ ਵਿੱਚ ਲਿਆ ਕੇ ਅਤੇ ਉਹਨਾਂ ਦੀ ਕਥਾ ਕਰਾਉਣੀ ਜਾਏ, ਕਰਵਾਈ ਜਾਏ, ਜਿਹਦੇ ਵਿੱਚ ਸੰਗਤਾਂ ਦਾ ਭਾਰੀ ਰੋਸ ਆ। ਤੁਸੀਂ ਇਹਦੇ ਬਾਰੇ ਹੋਰ ਕੁਝ ਕਹਿਣਾ ਚਾਹੁੰਦੇ ਹੋ? ਸੰਗਤ ਨੂੰ ਕੋਈ ਬੇਨਤੀ ਕਰਨੀ ਚਾਹੁੰਦੇ ਹੋ? ਮੈਂ ਤਾਂ ਸੰਗਤ ਅੱਗੇ ਇਹੀ ਹੱਥ ਜੋੜ ਕੇ ਬੇਨਤੀ ਕਰਨਾ ਵੀ ਆਪਾਂ ਉੱਥੇ ਸ਼ਾਂਤੀ ਰੱਖੀਏ, ਸਾਰੇ ਜਣੇ ਰਲ ਕੇ ਰਹੀਏ। ਅਤੇ ਆਪਾਂ ਮੇਰੀ ਇੱਕ ਹੋਰ ਵੀ ਬੇਨਤੀ ਹੈ ਸਰਬਜੀਤ ਸਿੰਘ ਧੁੰਦਾ ਸਾਹਿਬ ਨੂੰ ਵੀ, ਤੁਸੀਂ ਮੇਰੀ ਇਹ ਗੱਲ ਸੁਣਦੇ ਹੋ ਜਾਂ ਮੇਰਾ ਮੈਸੇਜ ਤੁਹਾਡੇ ਤੱਕ ਪਹੁੰਚਦਾ ਹੈ ਵੀ ਇਸ ਟਾਈਮ ਬਹੁਤ ਕੰਟਰੋਵਰਸੀ ਚੱਲਦੀ ਪਈ, ਅਤੇ ਮੈਂ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਨਾ ਪਿਆ ਵਾਂ ਵੀ ਤੁਸੀਂ ਬਾਲਟੀਮੋਰ ਵਾਲੇ ਗੁਰੂ ਘਰ ਸਾਡੇ ਸਿੱਖ ਐਸੋਸੀਏਸ਼ਨ ਬਾਲਟੀਮੋਰ ਨਾ ਹੀ ਆਓ ਅਤੇ ਵਧੀਆ ਹੈ, ਕਿਉਂਕਿ ਸਾਈ ਨਹੀਂ ਚਾਹੁੰਦੇ ਵੀ ਇੱਥੇ ਸਾਡੇ ਗੁਰੂ ਘਰ 'ਚ ਕੋਈ ਵੀ ਡਿਫਾਲਟ ਪਵੇ, ਕੋਈ ਇੱਕ ਛੋਟੀ ਜਿਹੀ ਕਾਰਨ। ਅਤੇ ਇਸ ਕਰਕੇ ਤੁਹਾਡੇ ਅੱਗੇ ਵੀ ਹੱਥ ਜੋੜ ਕੇ ਬੇਨਤੀ ਵੀ ਤੁਸੀਂ ਵੀ ਇਸ ਇਹ ਰਿਕੁਐਸਟ ਹਿਸਾਬ ਨਾਲ ਸੰਗਤ ਵੱਲੋਂ ਹੀ ਹੈ ਅਤੇ ਇਸ ਗੱਲ ਨੂੰ ਗੌਰ 'ਚ ਰੱਖਿਓ। ਦੇਖੋ ਪ੍ਰਧਾਨ ਜੀ ਨੇ ਬਹੁਤ ਵਧੀਆ ਗੱਲ ਕੀਤੀ ਆ, ਔਰ ਇਹ ਗੱਲ ਮੰਨਣ ਵਾਲੀ ਆ ਕਿ ਜਿੱਥੇ ਸੰਗਤ ਨੂੰ ਬੇਨਤੀ ਕੀਤੀ ਆ ਉੱਥੇ ਸਰਬਜੀਤ ਧੁੰਦਾ ਜੀ ਨੂੰ ਬੇਨਤੀ ਕੀਤੀ ਆ, ਜੇ ਉਹ ਸਿਆਣੇ ਹੋਣ ਤੇ ਇਸ ਬੇਨਤੀ ਨੂੰ ਪ੍ਰਵਾਨ ਵੀ ਕਰਨ, ਕਿਉਂਕਿ ਇੱਕ ਸੰਸਥਾ ਦਾ ਪ੍ਰਧਾਨ ਜੇ ਇਹ ਗੱਲ ਬੜੀ ਹਲੀਮੀ ਦਾ ਬੇਨਤੀ ਕਰ ਰਹੇ ਨੇ ਤੇ ਸ਼ਾਇਦ ਉਹਦੇ 'ਤੇ ਉਹਨਾਂ ਨੂੰ ਗੌਰ ਕਰਨਾ ਚਾਹੀਦਾ। ਸਾਡੇ ਨਾਲ ਹਰਬੰਸ ਸਿੰਘ ਖਾਲਸਾ ਜੀ ਨੇ ਔਰ ਟਰਸਟੀ ਨੇ ਇਸ ਗੁਰੂ ਘਰ ਦੇ, ਔਰ ਅਸਿਸਟੈਂਟ ਸੈਕਟਰੀ ਵੀ ਨੇ, ਹੋਰ ਵੀ ਜ਼ਿੰਮੇਵਾਰੀਆਂ ਕਾਫੀ ਨਿਭਾਉਂਦੇ ਨੇ। ਮੈਂ ਕਈ ਵਾਰ ਦੇਖਿਆ ਜਦੋਂ ਇਸ ਗੁਰੂ ਘਰ ਦੇ ਵਿੱਚ ਕੋਈ ਧਾਰਮਿਕ ਸਮਾਗਮ ਹੁੰਦਾ ਤੇ ਇੱਥੋਂ ਦੇ ਗੁਰੂ ਘਰ ਦੇ ਜਿਹੜੇ ਖਾਲਸੇ ਸੱਜੇ ਨੇ, ਸਿੰਘ ਸੱਜੇ ਹੋਏ ਨੇ, ਉਹਨਾਂ ਦੀਆਂ ਕਾਫੀ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ। ਇਸ ਵਾਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਖਾਲਸਾ ਜੀ? ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁੰਦਲ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਸਭ ਰੰਗ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਮੁੱਦੇ ਨੂੰ ਜਿਹੜਾ ਵਾ ਉਹ ਹਾਈਲਾਈਟ ਕੀਤਾ ਆ। ਇਹਦੇ ਵਿੱਚ ਵੇਖੋ ਇੱਦਾਂ ਵਾ ਕਿ ਇਹ ਜਿਹੜਾ ਬੰਦਾ ਵਿਵਾਦਕ ਹੈ, ਜਿਹੜਾ ਹਮੇਸ਼ਾ ਵਿਵਾਦਾਂ 'ਚ ਰਹਿੰਦਾ ਆਪਣੇ ਬਿਆਨਾਂ ਕਰਕੇ, ਇਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦਸਮ ਦੀ ਬਾਣੀ ਜਿਹੜੀ ਆ ਉਹਦੇ ਤੋਂ ਬਿਲਕੁਲ ਮੁਨਕਰ ਹੈ ਬੰਦਾ। ਔਰ ਇਹਨਾਂ ਬੰਦਿਆਂ ਨੇ
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਬਾਰੇ ਬੜੇ ਹੀ ਗਲਤ ਤਰੀਕੇ ਨਾਲ ਉਹਨੂੰ ਜਿਹੜਾ ਵਾ ਉਹਨੂੰ ਪੇਸ਼ ਕੀਤਾ ਆ। ਵੇਖੋ ਹੁਣ ਆਪਾਂ ਅੰਮ੍ਰਿਤਧਾਰੀ ਆ, ਇਹ ਪੰਜਾਂ ਬਾਣੀਆਂ ਦਾ ਅੰਮ੍ਰਿਤ ਤਿਆਰ ਹੁੰਦਾ ਜਿਹਦੇ ਵਿੱਚ ਜਪਜੀ ਸਾਹਿਬ, ਜਾਪ ਸਾਹਿਬ, ਤਵੈ ਪ੍ਰਸਾਦ ਸਵਈਏ, ਚੌਪਈ ਸਾਹਿਬ ਤੇ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਤੇ ਫਿਰ ਅੰਮ੍ਰਿਤ ਤਿਆਰ ਹੁੰਦਾ ਆ। ਠੀਕ ਹੈ। ਉਹਦੇ ਵਿੱਚੋਂ 3 ਬਾਣੀਆਂ ਜਾਪ ਸਾਹਿਬ, ਚੌਪਈ ਸਾਹਿਬ ਤੇ ਤਵੈ ਪ੍ਰਸਾਦ ਸਵਈਏ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਮ ਦੀ ਬਾਣੀ ਚੋਂ ਆ। ਸਾਡੀ ਅਰਦਾਸ ਦਸਮ ਦੀ ਬਾਣੀ ਚੋਂ ਆਈ ਆ। ਜਿਹਨੂੰ ਇਹ ਬੋਲ ਕੇ ਬਹਿੰਦਾ ਵਾ ਸਟੇਜ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਦਸਮ ਦੀ ਬਾਣੀ ਚੋਂ ਆਈ ਆ। ਇਹ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਜਾ ਨਹੀਂ ਸਕਦਾ, ਪਰ ਸਾਡੀ ਜਿੰਨਾ ਵੀ ਇਤਿਹਾਸ ਆ, ਸਾਡੀਆਂ ਜਿੰਨੀਆਂ ਵੀ ਸਾਡੀਆਂ ਰਹੁ ਰੀਤਾਂ ਨੇ, ਜਿੰਨਾ ਵੀ ਖਾਲਸਾ ਤਿਆਰ ਹੋਇਆ ਉਹ ਤੇ ਦਸਮ ਦੀ ਬਾਣੀ ਤੋਂ ਬਿਨਾਂ ਤਿਆਰ ਹੀ ਨਹੀਂ ਹੋਣਾ। ਬਿਲਕੁਲ। ਹੁਣ ਇਹ ਬੰਦੇ ਜਿਹੜੇ ਨੇ ਸਾਡੇ ਭਰਾ ਇਹਨਾਂ ਨੂੰ ਸੱਦ ਰਹੇ ਨੇ, ਇਹੋ ਜਿਹੇ ਪ੍ਰਚਾਰਕ ਨੂੰ। ਸਾਡੀ ਕੱਲ ਚਵਾਂ ਬੰਦਿਆਂ ਦੀ ਮੀਟਿੰਗ ਹੋਈ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਉਹਦੇ ਵਿੱਚ ਅਸੀਂ ਇਹਨਾਂ ਨੂੰ ਸਵਾਲ ਕੀਤੇ ਸੀ ਕੁਝ ਜਿਹੜੇ ਸੱਦਣ ਵਾਲਿਆਂ ਭਰਾਵਾਂ ਨੂੰ ਵੀ ਜੇ ਤੁਸੀਂ ਇਹੋ ਜਿਹੇ ਬੰਦੇ ਨੂੰ ਸੱਦਣਾ ਚਾਹੁੰਦੇ ਤਾਂ ਅਸੀਂ ਗੁਰੂ ਦਾ ਖਾਲਸਾ ਆ, ਅਸੀਂ ਕਿ ਲੰਡੂ ਸਾਹਿਬ ਦੇ ਚੇਲੇ ਨਹੀਂ। ਠੀਕ ਆ ਜੀ। ਅਸੀਂ ਸਾਨੂੰ ਇੱਕ ਪੇਸ਼ ਕੀਤਾ ਜਾਂਦਾ, ਅਸੀਂ ਜੇ ਚੋਲਾ ਪਾ ਕੇ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਸ੍ਰੀ ਸਾਹਿਬ ਪਾ ਕੇ ਜਾਂਦੇ ਗੁਰਦੁਆਰਾ ਸਾਹਿਬ ਉੱਤੋਂ ਦੀ, ਜਾਂ ਆਪਾਂ ਗੁਰਦਮਾਲਾ ਬਣ ਕੇ ਸਾਨੂੰ ਇੱਕ ਟਕਸਾਲ ਨਾਲ ਜੋੜਿਆ ਜਾਂਦਾ। ਅਸੀਂ ਗੁਰੂ ਦਾ ਖਾਲਸਾ ਆ, ਟਕਸਾਲ ਸਾਡੀ ਸਰਮੌਰ ਸੰਸਥਾ ਆ। ਕੱਲ ਮੈਂ ਕੇ ਸਾਹਿਬ ਨੂੰ ਇੱਕ ਬੰਦੇ ਨਾਲ ਵਰਜੀਨੀਆ ਵੀ ਗੱਲ ਕਰਦੇ ਆ, ਇੱਕ ਡਿਬੇਟ ਸੁਣੀ ਮੈਂ ਉਹਦੇ ਵਿੱਚ ਉਹ ਕਹਿੰਦਾ ਜੀ ਇਹ ਜਿਹੜਾ ਮੁੱਦਾ ਆ ਇਹ ਟਕਸਾਲ ਦਾ ਤੇ ਮਿਸ਼ਨਰੀ ਦਾ ਮੁੱਦਾ, ਇਹ ਟਕਸਾਲ ਦਾ ਤੇ ਮਿਸ਼ਨਰੀ ਦਾ ਮੁੱਦਾ ਨਹੀਂ ਆ। ਅਸੀਂ ਇਹ ਸਿੱਖ ਕੌਮ ਨੂੰ ਦੱਸ ਦੇਣਾ ਚਾਹੁੰਦੇ ਆ, ਇਹ ਜਿੰਨੇ ਬਾਬੇ, ਇਹ ਜਿੰਨੀਆਂ ਸੰਪਰਦਾਵਾਂ ਤੇ ਬਾਬੇ ਬੈਠੇ ਆ ਜਾਂ ਜਿੰਨੇ ਵੀ ਮੁਖੀ ਬੈਠੇ ਆ, ਔਰ ਇਹ ਜਿੰਨੇ ਇਹ ਕਾਂਗਿਆਰੀ ਸਾਡੇ 'ਚ ਪੈਦਾ ਹੋਈ ਆ ਧੁੰਦੇ ਵਰਗੇ ਜਿੰਨੇ ਪ੍ਰਚਾਰਕ ਨੇ, ਇਹ ਇੱਕੋ ਹੀ ਸਿੱਕੇ ਦੇ 2 ਪਹਿਲੂ ਨੇ। ਇਹ ਸਾਰਾ ਕੁਝ ਇੱਕ ਸਕੀਮ ਦੇ ਅਧੀਨ ਹੋ ਰਿਹਾ ਵਾ। ਅੱਜ ਤੋਂ 35 ਸਾਲ ਪਹਿਲਾਂ, 40 ਸਾਲ ਪਹਿਲਾਂ ਬਾਬਾ ਜਰਨੈਲ ਸਿੰਘ ਨੇ ਇੱਕ ਗੱਲ ਕਹੀ, ਸਿੱਖੋ ਆ ਜਿੰਨੀਆਂ ਤੁਹਾਡੀਆਂ ਬਾਹਾਂ ਨੇ ਅਕਾਲ ਤਖਤ ਸਾਹਿਬ ਦੀਆਂ ਜਿੰਨੀਆਂ ਸੰਪਰਦਾਵਾਂ ਨੇ ਇਹ ਇਸ ਗਵਰਨਮੈਂਟ ਨੇ ਖਤਮ ਕਰਨੀਆਂ ਨੇ। ਤੇ ਉਹ ਧੱਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀਗੀ 1984 ਤੋਂ ਪਹਿਲਾਂ ਬਾਬਾ ਬਿਸ਼ਨ ਸਿੰਘ ਹੋਣਾ ਨੂੰ, ਬਾਬੇ ਬਕਾਲਾ ਸਾਹਿਬ ਵਾਲਿਆਂ ਨੂੰ। ਇਹ ਖਾਲਸਾ ਜੀ ਜਿਵੇਂ ਤੁਸੀਂ ਇਹ ਗੱਲ ਕਹੀ ਆ ਕਿ ਇਹ ਜਿਹੜੇ ਲੋਕ ਨੇ ਕਈ ਨਿਕਲੇ ਨੇ, ਇਹਨਾਂ ਨੇ ਨਵੀਆਂ ਆਪਣੀਆਂ ਸੰਸਥਾਵਾਂ ਬਣਾ ਲਈਆਂ ਜਾਂ ਧੁੰਦੇ ਵਰਗੇ ਦੀ ਗੱਲ ਕਰਦੇ ਆ, ਕਿ ਏਜੰਸੀਆਂ ਦੇ ਬੰਦੇ ਸ਼ੱਕ ਕੀਤਾ ਜਾ ਸਕਦਾ? ਵੇਖੋ ਇਹਦੇ ਸ਼ੱਕ ਵਾਲੀ ਗੱਲ ਹੀ ਕੋਈ ਨਹੀਂ। ਜੋ 20 ਸਾਲਾਂ ਦੇ ਵਿੱਚ ਸਿੱਖ ਕੌਮ ਦਾ 25 ਸਾਲਾਂ 'ਚ ਸਾਡੇ ਹਾਲਾਤ ਬਣੇ ਨੇ, ਇਹਦੀ ਜ਼ਿੰਮੇਵਾਰੀ ਕਿਹਦੀ ਆ? ਅਸੀਂ ਕਹੀਏ ਪਹਿਲੀ ਗੱਲ ਤੇ ਸਾਨੂੰ ਇਹ ਗੱਲ ਜੋੜਿਆ ਜਾਂਦਾ ਜੀ ਇੱਥੇ ਬਾਹਰ ਵੀ ਆਪਾਂ ਗੱਲਾਂ ਸੁਣਨ ਨੂੰ ਮਿਲਦੀਆਂ, ਇਹਨਾਂ ਦੀ ਚੋਲੇ ਪਾਏ ਇਹ ਟਕਸਾਲ ਨੇ ਕਬਜ਼ਾ ਕਰ ਲਿਆ ਗੁਰਦਾਰੇ ਤੇ। ਉਹ ਅਸੀਂ ਤੇ ਖਾਲਸਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮੰਨਣ ਵਾਲੇ ਖਾਲਸਾ ਆ। ਟਕਸਾਲ ਵਿੱਚ ਕਿੱਥੋਂ ਆ ਗਈ ਭਾਈ? ਟਕਸਾਲ ਸਾਡੀ ਇੱਕ ਸਰਮੌਰ ਸੰਸਥਾ ਆ। ਅੱਜ ਉਹਦੇ ਤੇ ਜੋ ਬੰਦੇ ਬੈਠੇ ਨੇ, ਕੋਈ ਬੰਦਾ 10 ਸਾਲ 'ਚ ਦੱਸਦੇ ਪਏ ਅਸੀਂ ਟਕਸਾਲ ਦੇ ਬੰਦੇ ਨੇ ਕਿਸੇ ਆਣ ਕੇ ਪ੍ਰਚਾਰ ਕੀਤਾ ਹੋਵੇ ਗੁਰਦੁਆਰੇ 'ਚ, ਅਸੀਂ ਸੱਦਿਆ ਹੋਵੇ ਕਿਸੇ ਨੂੰ। ਅਸੀਂ ਸਿਰਫ ਇੱਕੋ ਗੱਲ ਚਾਹੁੰਦੇ ਆ ਵੀ ਭਾਈ ਅਸੀਂ ਨਾ ਕੋਈ ਕਿਸੇ ਸੰਸਥਾ ਨਾਲ ਜੁੜੇ ਆ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਆ। ਜੋ ਇਤਿਹਾਸ ਸਾਡਾ ਪੀੜ੍ਹੀ ਦਰ ਪੀੜ੍ਹੀ ਚੱਲਦਾ ਆ ਰਿਹਾ ਵਾ, ਜਿਹੜੇ ਇਤਿਹਾਸ ਦੇ ਸਿਰ ਤੇ ਸਿੱਖ ਕੌਮ ਨੇ ਮੱਲਾਂ ਮਾਰੀਆਂ ਨੇ, ਉਹ ਜੋ ਮੱਲਾਂ ਮਾਰੀਆਂ ਨੇ, ਜਿਹੜਾ ਇਤਿਹਾਸ ਉਦੋਂ ਲਿਖਿਆ ਗਿਆ ਸੀ ਉਹਦੇ ਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਹਾਂ। ਇਹਨਾਂ ਲੋਕਾਂ ਨੇ ਇਤਿਹਾਸ ਨੂੰ ਭੰਡਣ ਤੋਂ ਬਿਨਾਂ, ਜਿੱਦਣ ਪਹਿਲੇ ਦਿਨ ਇਹ ਲੋਕ 1996 ਤੱਕ ਨਹੀਂ ਇਹ ਲੋਕ ਬੋਲੇ, ਜਦੋਂ ਸਿੰਘਾਂ ਦਾ ਜ਼ੋਰ ਰਿਹਾ ਵਾ ਖਾਲਸੇ ਦਾ, ਇਹ ਨਹੀਂ ਬੰਦੇ ਬੋਲੇ। 1996 ਤੋਂ ਬਾਅਦ ਥੋੜੀ ਜਿਹੀ ਮੂਵਮੈਂਟ ਘਟੀ ਆ, ਇਹਨਾਂ ਲੋਕਾਂ ਨੇ ਕੀੜਿਆਂ ਵਾਂਗੂ ਬਾਹਰ ਨਿਕਲੇ ਨੇ। ਜਿਵੇਂ ਖਾਲਸਾ ਜੀ ਤੁਸੀਂ ਇੱਕ ਗੱਲ ਕਹੀ ਆ ਕਿ ਅਸੀਂ ਬਾਣਾ ਪਾ ਕੇ ਜਾਂਦੇ ਆ, ਦਮਾਲਾ ਸਜਾ ਕੇ ਜਾਂਦੇ ਆ, ਤੇ ਕਈ ਲੋਕ ਇਸ ਚੀਜ਼ ਨੂੰ ਮਜ਼ਾਕ ਸਮਝਦੇ ਨੇ, ਪਰ ਕਿੱਡੀ ਸ਼ਰਮ ਦੀ ਗੱਲ ਆ। ਗੁਰੂ ਸਾਹਿਬ ਨੇ ਸਾਨੂੰ ਬਾਣਾ ਤੇ ਬਾਣੀ ਬਖਸ਼ੀ ਆ। ਜਿਹੜਾ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ ਬਾਟਾ ਤਿਆਰ ਕੀਤਾ ਹੋਇਆ 5 ਬਾਣੀਆਂ ਦਾ ਅਸੀਂ ਛਕ ਲੈਂਦੇ ਆ, ਤੇ ਅਸੀਂ ਬਾਣਾ ਵੀ ਪਾਉਣਾ ਹੈ, ਅਸੀਂ ਸ਼ਸਤਰਧਾਰੀ ਵੀ ਹੋਣਾ ਆ। ਇਹਦੇ ਵਿੱਚ ਮਜ਼ਾਕ ਕਰਨਾ, ਉਹ ਮੈਂ ਕਹਿੰਦਾ ਕਿ ਤੁਸੀਂ ਆਪਣੇ ਆਪ ਨੂੰ ਨਰਕਾਂ ਦੇ ਭਾਗੀ ਸਮਝਦੇ ਹੋ। ਖਾਲਸਾ ਜੀ ਹੋਰ ਕੁਝ ਕਹਿਣਾ ਚਾਹੁੰਦੇ ਹੋ? ਦੇਖੋ ਮੈਨੂੰ 2 ਮਿੰਟ ਜ਼ਰੂਰ ਦਿਓ, ਮੈਂ ਇਹਦੇ ਤੇ ਬੋਲਾਂਗਾ, ਖੁੱਲ ਕੇ ਬੋਲਾਂਗਾ ਇਹਨਾਂ ਮਸਲਿਆਂ ਦੇ ਉੱਤੇ। ਹੁਣ ਵੇਖੋ ਗੱਲ ਹੁੰਦਲ ਸਾਹਿਬ ਇਦਾਂ ਆ, ਇਹ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਸਿੱਖ ਕੌਮ ਦੇ ਵਿੱਚ ਇਹ ਕਿਉਂ ਆ ਰਹੀਆਂ ਨੇ? ਮੇਨ ਮੁੱਦਾ ਇਸ ਚੀਜ਼ ਦਾ ਆ। ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਉਹ ਗਵਰਨਮੈਂਟ ਨੇ, ਉਹ ਏਜੰਸੀਆਂ ਨੇ ਇਹ ਕੰਮ ਸ਼ੁਰੂ ਕੀਤਾ ਵੀ ਇਹਨਾਂ ਦੀਆਂ ਸੰਸਥਾਵਾਂ, ਕਿਉਂਕਿ ਸੰਸਥਾਵਾਂ ਜਿੰਨੀਆਂ ਸਾਡੀਆਂ ਸੰਪਰਦਾਵਾਂ ਨੇ ਇਹ ਅਕਾਲ ਤਖਤ ਸਾਹਿਬ ਦੀਆਂ ਬਾਹਾਂ ਸਨ, ਇਹਨਾਂ ਨੂੰ ਤੋੜਨ ਵਾਸਤੇ ਬਾਹਾਂ ਨੂੰ, ਅਕਾਲ ਤਖਤ ਸਾਹਿਬ ਦੀਆਂ ਨੂੰ, ਇਹਨਾਂ ਆਪਣੇ ਬੰਦੇ ਭਾਲੇ ਉਹਨਾਂ ਦੇ ਉੱਤੇ ਉਹੋ ਜਿਹੇ ਕੰਮ ਕਰਾਏ, ਇਧਰੋਂ ਇਹੋ ਜਿਹੇ ਕਥਾਵਾਚਕ ਪੈਦਾ ਕਰਕੇ ਉਹਨਾਂ ਦੇ ਉੱਤੇ ਕਿੰਤੂ ਕਰ ਰਹੇ। ਅੱਜ ਹਰ ਬੰਦਾ ਸਿੱਖ ਕੌਮ 'ਚ ਚਾਹੁੰਦਾ ਕਿ ਇਹਨਾਂ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਜਾਵੇ। ਸਿੱਖ ਖੁਦ ਕਹਿ ਰਿਹਾ ਹੈ। ਪਿਛਲੇ 15 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ ਲਗਾਤਾਰ। ਬਿਲਕੁਲ ਇੰਨੀ ਸਿੱਖ ਕੌਮ ਗਿਰਾਵਟ 'ਚ ਕਦੀ ਨਹੀਂ ਗਈ ਜਿੰਨੀ ਅੱਜ ਦੀ ਤਰੀਕ 'ਚ ਗਈ ਆ। ਇਹ ਸਾਰੀ ਸਿੱਖ ਕੌਮ ਵੀ ਇੱਕ ਦਿਨ 'ਚ ਮਾਰ ਦਿੱਤੀ ਜਾਵੇ
ਉਹਨਾਂ ਦੁੱਖ ਨਹੀਂ ਜਿੰਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੇ ਹੋਣਾ ਚਾਹੀਦਾ ਸਿੱਖ ਨੂੰ। ਬਿਲਕੁਲ ਇਹ ਪੰਥ ਪ੍ਰੀਤ ਸਰਬਜੀਤ ਸਿੰਘ ਧੁੰਦਾ ਇਹ ਰਣਜੀਤ ਸਿੰਘ ਢੱਡਰੀਆਂ ਵਾਲਾ ਜਿੱਦਣ ਉੱਥੇ ਜਾ ਕੇ ਬੈਠੇ ਆ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਵਾਸਤੇ ਮੁਜ਼ਾਹਰੇ ਦੇ ਉੱਤੇ ਪਹਿਲੇ ਦਿਨ ਹੀ ਤਿੰਨਾਂ ਨੂੰ ਫੜ ਕੇ ਗਏ ਆ, ਗੱਡੀ 'ਚੋਂ ਪੂਛਾਂ ਛਡਾ ਕੇ ਭੱਜ ਗਏ, ਉੱਥੋਂ ਮੁੜ ਕੇ ਨਹੀਂ ਵੜੇ ਉੱਥੇ। ਸਿੱਖ ਕੌਮ ਨੂੰ ਇਹਨਾਂ ਦੀ ਦੇਣ ਕੀ? ਮੈਂ ਤੇ ਇਹ ਪੁੱਛਦਾ ਸਿੱਖ ਕੌਮ ਨੂੰ ਵੀ ਇਹ ਪ੍ਰਚਾਰਕਾਂ ਨੇ ਦਿੱਤਾ ਕੀ ਤੁਹਾਨੂੰ ਅਜੇ ਤੱਕ? ਮੈਂ ਤੇ ਬਾਬਿਆਂ ਨੂੰ ਵੀ ਕਹਿੰਦਾ, ਬਾਬੇ ਵੀ ਕਰੋੜਾਂਪਤੀ ਬਣ ਗਏ ਸਿੱਖਾਂ ਨੂੰ ਮੂਰਖ ਬਣਾ ਕੇ, ਜਿੰਨੀਆਂ ਸੰਸਥਾਵਾਂ ਦੇ ਮੁਖੀ ਨੇ, ਤੇ ਇਹ ਜਿੰਨੇ ਉਹਨਾਂ ਨੂੰ ਭੰਡਣ ਵਾਲੇ ਸੀ ਇਹ ਵੀ ਕਰੋੜਾਂਪਤੀ ਬਣ ਗਏ। ਮਾਰਿਆ ਤੇ ਸਿੱਖ ਗਿਆ ਇੱਥੇ, ਪੱਗਾਂ ਤੇ ਸਾਡੀਆਂ ਲੱਥਣ ਡਈਆਂ ਨੇ। ਅਸੀਂ ਇਹਨਾਂ ਵੀਰਾਂ ਨੂੰ ਕਹਿੰਦੇ ਆ, ਕੱਲ ਇਹਨਾਂ ਨਾਲ ਸਾਡੀ ਮੁਲਾਕਾਤ ਹੋਈ ਸੀ, ਇਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ, ਅਸੀਂ ਇਹਨਾਂ ਨੂੰ ਕੁਝ ਸਵਾਲ ਪੁੱਛੇ ਸਨ। ਠੀਕ ਹੈ। ਅਸੀਂ ਕਿਹਾ ਵੇਖੋ ਭਰਾਵੋ, ਤੁਸੀਂ ਇਹਨੂੰ ਸੱਦਣਾ ਚਾਹੁੰਦੇ ਜੇ, ਤੇ ਅਗਲੇ ਕਹਿੰਦੇ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਸੁਣਦੇ, ਸੁਣਨਾ ਸਾਨੂੰ ਸਾਨੂੰ ਕਿਸੇ ਨੇ ਨਹੀਂ ਪੁੱਛਿਆਗਾ। ਅੱਛਾ। ਹਾਂਜੀ ਜੀ, ਉਹ ਕਹਿੰਦੇ ਜੇ ਗੁਰੂ ਦੀ ਨਹੀਂ ਮੰਨਦੇ ਅਸੀਂ ਕਿਸੇ ਨੂੰ ਕੀ ਮੰਨਣਾ। ਅਸੀਂ ਉਹਨਾਂ ਨੂੰ ਭਰਾਵਾਂ ਨੇ ਕੋ ਕਹੀ ਸੀ ਵੀ ਭਾਈ ਜਿਹੜਾ ਬੰਦਾ ਵਿਵਾਦਕ ਹੈ ਉਹਨੂੰ ਨਾ ਗੁਰੂ ਘਰ 'ਚ ਸੱਦਿਆ ਜਾਵੇ, ਜੇ ਸੱਦਣਾ ਆ ਤੇ ਤੁਸੀਂ ਇੱਕ ਕੰਮ ਕਰਿਓ ਮੇਰੇ ਵੀਰ, ਉਹਨੂੰ ਕਹਿ ਦਿਓ ਵੀ ਭਾਈ ਤੂੰ ਦਸਮ ਦੀ ਬਾਣੀ ਨੂੰ ਮੰਨਦਾ, ਉਹਨੂੰ ਇੱਕ ਗੱਲ ਕਹਿ ਦਿਓ ਭਾਈ ਤੂੰ ਦਸਮ ਦੀ ਬਾਣੀ ਨੂੰ ਮੰਨਦਾ, ਤੇ ਉਹਦਾ ਜਵਾਬ ਤੁਹਾਨੂੰ ਇੱਕੋ ਹੀ ਆਉਣਾ ਵਾ ਵੀ ਜਿਹੜੀ ਪੰਥ ਪ੍ਰਵਾਨ ਉਹਨੂੰ ਮੈਂ ਮੰਨਦਾ। ਅਸੀਂ ਕਿਹਾ ਵੈਲ ਐਂਡ ਗੁੱਡ ਆ। ਘੁੰਡ ਕੱਢ ਕੇ ਨਾ ਕਵੇ, ਸਟੇਜ ਤੋਂ ਆ ਕੇ ਕਵੇ ਹੁਣ ਵੀਡੀਓ ਦਾ ਜ਼ਮਾਨਾ ਹੈ, ਇੰਟਰਨੈਟ ਦਾ ਜ਼ਮਾਨਾ। ਆਹੀ ਕਹਿੰਦੇ ਆ 20 ਸਾਲ ਤੋਂ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਕਹਿੰਦੇ ਪ੍ਰਚਾਰ ਕਰ ਰਿਹਾ, ਅਸੀਂ ਕਹਿੰਦੇ ਇੱਕ ਦਿਨ ਉਹ ਜਾਪ ਸਾਹਿਬ ਦੀ ਕਥਾ ਕਰਦੇ। ਖਾਲਸਾ ਜੀ, ਮੈਂ ਇਹ ਗੱਲ ਨੋਟ ਕੀਤੀ ਹੈ ਕਿ ਵਾਕਿਆ ਹੀ ਉਹ ਦੁਖੀ ਆ, ਪਰ ਜੇ ਗੁਰੂ ਦੀ ਹਜ਼ੂਰੀ 'ਚ ਆ ਕੇ ਉਹ ਇਹ ਗੱਲ ਕਹਿ ਦੇ ਕਿ ਮੈਂ ਜਿਹੜੀਆਂ ਕੀਤੀਆਂ ਗਲਤੀਆਂ ਮੈਨੂੰ ਸਾਧ ਸੰਗਤ ਮਾਫ ਕਰ ਦੇ, ਕੀ ਉਹਨੂੰ ਤੁਸੀਂ ਟਾਈਮ ਦੇ ਸਕਦੇ ਹੋ? ਦੇਖੋ ਜੀ, ਮੈਂ ਕਹਿੰਦਾ ਜੀ ਉਹ ਕਹਿ ਹੀ ਨਹੀਂ ਸਕਦਾ ਜਿੱਥੋਂ ਉਹਨਾਂ ਨੂੰ ਹੁਕਮ ਆਉਣਾ ਵਾ। ਇੰਨਾ ਹੁਕਮ ਹੀ ਨਹੀਂ ਇਹਨਾਂ ਬੰਦਿਆਂ ਨੂੰ ਕਿ ਜਾਪ ਸਾਹਿਬ ਦੀ ਕਥਾ ਕਰ ਦੇਣ ਸਟੇਜ ਤੇ ਬਹਿ ਕੇ, ਇੰਨੀ ਇਹਨਾਂ ਦੀ ਹਿੰਮਤ ਹੀ ਨਹੀਂ ਜਿੱਥੋਂ ਪਿੱਛੋਂ ਹੁਕਮ ਆਉਣਾ ਨਾ ਚੌਪਈ ਸਾਹਿਬ ਦੀ ਕਥਾ ਕਰ ਦੇਣ, ਤੋਇਆ ਪ੍ਰਸਾਦ ਸਵਈਏ ਦੀ ਕਥਾ ਕਰ ਦੇਣ, ਦਸਮ ਦੀ ਬਾਣੀ ਦੀ ਇੱਕ ਵਾਰੀ ਕਰ ਦੇਣ, ਅਸੀਂ ਇਹਨਾਂ ਦੇ ਪੈਰ ਧੋ ਪੀਵਾਂਗੇ। ਜਾਓ ਕਥਾ ਕਰ ਦੇਣ। ਪ੍ਰਧਾਨ ਜੀ, ਤੁਹਾਡੇ ਵੱਲ ਦੁਬਾਰਾ ਮੈਂ ਆਇਆ। ਕੱਲ ਜਿੱਦਣ ਉਹਨਾਂ ਦੀ ਕਥਾ ਕਰਨ ਆਉਣਾ ਧੁੰਦੇ ਨੇ, ਅਗਰ ਜੇ ਉੱਥੇ ਕੋਈ ਗੱਲਬਾਤ ਹੁੰਦੀ ਹੈ ਤੁਸੀਂ ਸਿਕਿਉਰਿਟੀ ਦਾ ਕੋਈ ਇੰਤਜ਼ਾਮ ਕਰੋਗੇ? ਹਾਂਜੀ, ਬਿਲਕੁਲ ਕਰਨਾ ਪਏਗਾ ਉੱਥੇ, ਕਿਉਂਕਿ ਅਸੀਂ ਆਪਣੇ ਭੈਣ ਭਰਾਵਾਂ ਨੂੰ ਲੜਨ ਤੇ ਦੇਣਾ ਨਹੀਂ ਹੈਗਾ, ਤੇ ਅਸੀਂ ਉੱਥੇ ਪੂਰਾ ਕਰਾਂਗੇ। ਦੇ ਸਾਨੂੰ ਲੋੜ ਪਏਗੀ ਤੇ ਅਸੀਂ ਕਰਾਂਗੇ ਸਿਕਿਉਰਿਟੀ ਦਾ ਬੰਦੋਬਸਤ, ਉਹ ਤਾਂ ਸਾਨੂੰ ਕਰਨਾ ਪਏਗਾ ਫਿਰ। ਠੀਕ ਹੈ। ਡਾਕਟਰ ਗਿੱਲ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਵੀ ਇਸ ਗੁਰੂ ਘਰ ਨਾਲ ਕਾਫੀ ਚਿਰ ਤੋਂ ਜੁੜੇ ਹੋਏ ਹੋ। ਦੇਖੋ, ਮੈਂ ਤੇ ਇਹ ਕਹਿਣਾ ਹੈ ਵੀ ਉਹ ਵੀ ਸਾਡੇ ਭਰਾ ਹੈ ਜਿਹੜੇ ਸੱਦਣ ਵੱਲ ਬਜ਼ਿੱਦ ਹੋਏ ਹੈ, ਔਰ ਉਹਨਾਂ ਨੂੰ ਮੈਂ ਇੱਕ ਗੁਰੂ ਹੀ ਉਹਨਾਂ ਤੇ ਕਿਰਪਾ ਕਰੇ, ਉਹਨਾਂ ਦੇ ਗੱਲ ਸੋਝੀ ਪੈ ਜਾਏ 27 ਤੋਂ ਪਹਿਲਾਂ ਉਹ ਆਪ ਹੀ ਪਿਛਾਂਹ ਹੋ ਜਾਣ, ਕਿਉਂਕਿ ਇਹ ਗੁਰੂ ਘਰ ਜਿਹੜਾ ਹੈ ਜਦੋਂ ਦਾ ਬਣਿਆ ਉਦੋਂ ਦੀ ਇਲੈਕਸ਼ਨ ਨਹੀਂ ਹੋਈ। ਪਿੱਛੇ ਇਹਨਾਂ ਹੀ ਦੋਖੀਆਂ ਨੇ ਕੋਰਟ ਜਾ ਕੇ ਵੇਖ ਲਿਆ, ਕੋਰਟ ਵਿੱਚ ਵੀ ਇਹ ਮੁੱਦੇ ਮੂੰਹ ਡਿੱਗੇ ਆ, ਔਰ ਰਾਤੋਂ ਰਾਤ ਸਮਝੌਤਾ ਕਰਕੇ ਫਿਰ ਉਸੇ ਸਟੇਜ ਤੇ ਆ ਗਿਆ ਵੀ ਅਸੀਂ ਭਰਾ ਏ। ਪਰ ਇਹਨਾਂ ਦੇ ਪਿੱਛੇ ਕੋਈ ਇਹੋ ਜਿਹੀਆਂ ਕਾਂਗਿਆਰੀ ਲੱਗੀ ਹੋਈ ਹੈ ਜਿਹੜੀ ਇਹਨਾਂ ਨੂੰ ਮੂਹਰੇ ਲਾ ਕੇ ਇਹਨਾਂ ਕੋਲ ਗਲਤ ਕੰਮ ਕਰਾ ਰਹੀ ਹੈ। ਮੈਂ ਤੇ ਹੱਥ ਬੰਨ੍ਹ ਕੇ ਇਹੋ ਹੀ ਬੇਨਤੀ ਕਰਾਂਗਾ ਧੁੰਦਾ ਸਾਹਿਬ ਨੂੰ ਵੀ ਤੇ ਜਿਹੜੇ ਸੱਦ ਰਹੇ ਹੈ ਕਿ ਉਹ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਉਹ ਇੱਥੇ ਆਉਣ ਤੋਂ ਗੁਰੇਜ਼ ਕਰਨ। ਇਹ ਨਾ ਹੋਏ ਕੋਈ ਐਸਾ ਵਿਵਾਦ ਹੋਏ ਜਿਹਦੇ ਨਾਲ ਜਿਹੜਾ ਭਵਿੱਖ ਵਿੱਚ ਦੂਜਿਆਂ ਗੁਰਦੁਆਰਿਆਂ ਲਈ ਵੀ ਖਤਰਾ ਬਣੇ। ਸੋ ਇਹਨਾਂ ਸ਼ਬਦਾਂ ਨਾਲ ਮੈਂ ਖਿਮਾ ਦਾ ਜਾਚ। ਗੁਰੂ ਘਰ ਦੇ ਵਿੱਚ ਪਾਰਟੀਬਾਜ਼ੀ ਨਿੰਦਣਯੋਗ ਹੈ। ਮੈਂ ਉਹਨਾਂ ਸੱਜਣਾ ਦੇ ਵੀ ਕੱਲ ਕੋਸ਼ਿਸ਼ ਕਰਾਂਗਾ ਕਿ ਵਿਊ ਲਵਾਂ ਕਿ ਉਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਨੇ। ਉਹ ਕਿਉਂ ਬਜ਼ਿੱਦ ਨੇ ਕਿ ਸਰਬਜੀਤ ਧੁੰਦੇ ਦੀ ਇੱਥੇ ਕਥਾ ਹੋਣੀ ਚਾਹੀਦੀ ਹੈ। ਅਗਰ ਉਹ ਇਹ ਗੱਲ ਨੂੰ ਸਮਝਦੇ ਨੇ ਕਿ ਅਕਾਲ ਤਖਤ ਤੋਂ ਵੀ ਇਹ ਬੰਦਾ ਭਗੌੜਾ ਹੋ ਚੁੱਕਿਆ ਆ, ਤੇ ਫਿਰ ਇਹਦਾ ਮਤਲਬ ਇਹਨੂੰ ਤੁਸੀਂ ਸੱਦ ਕੇ ਆਪ ਵੀ ਅਕਾਲ ਤਖਤ ਸਾਹਿਬ ਨਾਲ ਟੱਕਰ ਲੈਣ ਦੀ ਕੋਸ਼ਿਸ਼ ਕਰ ਰਹੇ ਹੋ। ਮੈਂ ਦੂਜੀ ਪਾਰਟੀ ਨੂੰ ਵੀ ਬੇਨਤੀ ਕਰਾਂਗਾ ਵੀ ਤੁਹਾਡੇ ਕੋਲ ਮੇਰੇ ਫੋਨ ਨੰਬਰ ਹੈਗੇ ਨੇ, ਮੈਂ ਤੁਹਾਡਾ ਵੀ ਵਰਜਨ ਲੈਣਾ। ਉਸ ਤੋਂ ਬਾਅਦ ਫਿਰ ਵੇਖਦੇ ਹਾਂ ਕੀ ਹੁੰਦਾ। ਸਬਰੰਗ ਟੀਵੀ ਦੀ ਹਮੇਸ਼ਾ ਇਹੋ ਕੋਸ਼ਿਸ਼ ਆ ਕਿ ਗੁਰੂ ਘਰਾਂ 'ਚ ਜਾਂ ਕਮਿਊਨਿਟੀ ਦੇ ਵਿੱਚ ਕੋਈ ਪਾੜਾ ਨਾ ਪਵੇ, ਕੋਈ ਝਗੜਾ ਨਾ ਹੋਵੇ, ਸ਼ਾਂਤੀ ਰਵੇ। ਭੈਣ ਭਰਾ ਗੁਰੂ ਘਰ 'ਚ ਕਿਉਂ ਆਉਂਦੇ ਨੇ ਜਾਂ ਕਿਉਂ ਆਉਣਾ ਚਾਹੀਦਾ? ਕਿਉਂਕਿ ਆਪਸੀ ਮੇਲ ਮਿਲਾਪ ਤੇ ਗੁਰੂ ਨਾਲ ਜੁੜਨਾ। ਤੇ ਜੇ ਗੁਰੂ ਨਾਲ ਜੁੜਨ ਦੀ ਗੱਲ ਆਪਾਂ ਕਰਦੇ ਨਹੀਂ ਤੇ ਪਾਰਟੀਬਾਜ਼ੀ ਕਰਨੀ ਹੈ, ਤੇ ਫਿਰ ਗੁਰੂ ਘਰ 'ਚ ਆਉਣ ਦਾ ਫਾਇਦਾ ਕੋਈ ਨਹੀਂ। ਮੈਂ ਖਾਲਸਾ ਜੀ ਵੱਲ ਦੁਬਾਰਾ ਜਾਣਾ। ਖਾਲਸਾ ਜੀ, ਕੁਝ ਹੋਰ ਕਹਿਣਾ ਚਾਹੁੰਦੇ ਹੋ?
ਵੇਖੋ ਜੀ, ਗੱਲ ਇਦਾਂ ਆ ਕਿ ਗੁਰੂ ਸਾਹਿਬ ਦੀ ਕਿਰਪਾ ਹੋਈ 7-8 ਸਾਲ ਪਹਿਲਾਂ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਤਕਰੀਬਨ 5 ਤੋਂ 6 ਸਿੰਘ ਸਨ, ਫੈਮਲੀਆਂ ਸਨ ਜਾਂ 5-7 ਜੀ ਸਨ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਲਈ ਸੀ ਜੀ। ਗੁਰੂ ਸਾਹਿਬ ਨੇ ਕਿਰਪਾ ਕੀਤੀ। ਅਸੀਂ ਵੀ ਪਤਤ ਸਾਂ ਪਹਿਲਾਂ, ਠੀਕ ਹੈ, ਆਪਣੇ ਕੇਸ ਕਤਲ ਕੀਤੇ ਸਨ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਅਸੀਂ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਨੇ ਸਾਨੂੰ ਬਖਸ਼ੀ। ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਜੇ 400 ਜੀ ਆਉਂਦੇ ਆ, ਉਹਨਾਂ ਵਿੱਚੋਂ 150-200 ਜਿਹੜੇ ਨੇ ਉਹ ਅੰਮ੍ਰਿਤਧਾਰੀ ਨੇ। ਉਹਦਾ ਕਾਰਨ ਇਹ ਨਹੀਂ ਕਿ ਸਾਡੇ ਕਰਕੇ ਹੋਏ ਨੇ, ਕਿਉਂਕਿ ਗੁਰੂ ਸਾਹਿਬ ਦੀ ਜਦੋਂ ਆਪਾਂ ਗੱਲ ਕਰਾਂਗੇ, ਬਾਕੀ ਆਪਾਂ ਇਹ ਤੁਹਾਡੇ ਨਾਲ ਇੱਕ ਥੋੜੀ ਜਿਹੀ ਹੋਰ ਗੱਲ ਕਰਦੇ ਹਾਂ। ਇੱਕ ਮੈਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਵੀ ਗੱਲ ਕਰਦੇ ਹਾਂ। ਜਿਹੜੇ ਲੋਕ ਕਹਿੰਦੇ ਨਾ ਅਸੀਂ ਵਿਰੋਧ ਕਰਦੇ ਹਾਂ ਕਿਸੇ ਦਾ, ਅਸੀਂ ਕਿਸੇ ਬੰਦੇ ਦਾ ਵਿਰੋਧ ਨਹੀਂ ਕਰਦੇ, ਅਸੀਂ ਉਹਦੇ ਵਿਚਾਰਾਂ ਦਾ ਵਿਰੋਧ ਕਰਦੇ ਹਾਂ। ਜਿੱਦਣ ਹਰਨਾਮ ਸਿੰਘ ਧੁੰਮੇ ਨੇ ਇਹਦਾ ਬੰਦਾ ਮਾਰਿਆ ਸੀਗਾ ਢੱਡਰੀਆਂ ਵਾਲੇ ਦਾ, ਅਸੀਂ ਪੱਲਿਓਂ ਪੈਸੇ ਦੇ ਕੇ ਇਹਨੂੰ ਬੁਲਟ ਪ੍ਰੂਫ ਗੱਡੀਆਂ ਲੈ ਕੇ ਦਿੱਤੀਆਂ ਸੀ ਇੱਥੋਂ ਤਰਲੋਚਨ ਸਿੰਘ ਨੂੰ ਪੈਸੇ ਦੇ ਕੇ, ਇਹਨੂੰ ਲੈ ਕੇ ਦਿਓ ਯਾਰ, ਉਹਨਾਂ ਗਲਤ ਕੀਤਾ, ਇਹਦਾ ਬੰਦਾ ਨਹੀਂ ਮਾਰਨਾ ਚਾਹੀਦਾ। ਪਰ ਅਸੀਂ ਵਿਰੋਧ ਉਦੋਂ ਸ਼ੁਰੂ ਕੀਤਾ ਜਦੋਂ ਇਹ ਗੁਰੂ ਸਾਹਿਬ ਦੇ ਉਲਟ ਹੋ ਗਿਆ, ਜਦੋਂ ਸਿੱਖੀ ਦੇ ਉਲਟ ਹੋ ਗਿਆ, ਇਤਿਹਾਸ ਦੇ ਉਲਟ ਹੋ ਗਿਆ। ਹੁਣ ਸਾਨੂੰ ਇਹ ਦੱਸਿਆ ਜਾਵੇ ਇਹ ਬੰਦੇ ਪਤਾ ਕੀ ਕਰਦੇ ਨੇ, ਇਹਨਾਂ ਦਾ ਕੰਮ ਕੀ ਆ? ਇਹਨਾਂ ਨੇ ਦਾਣੇ ਲੈਣੇ ਆ ਗੁਰੂ ਗ੍ਰੰਥ ਸਾਹਿਬ ਤੋਂ, ਇੱਕ ਜਿਸ ਤਰ੍ਹਾਂ ਸ਼ਿਕਾਰੀ ਦਾਣੇ ਲੈਂਦਾ ਨਾ, ਦਾਣੇ ਇੱਕੋ ਦੁਕਾਨ ਤੋਂ ਮਿਲਣੇ ਆ, ਉੱਥੋਂ ਇਹਨਾਂ ਨੇ ਦਾਣੇ ਲੈ ਕੇ ਤੇ ਬੰਦੇ ਨੂੰ ਕਿੱਦਾਂ ਇੱਕ ਬਰੀਕ ਦਾਲ ਥੱਲੇ ਰੱਖ ਕੇ ਫਸਾਉਣਾ ਵਾ ਉਸ ਪੰਛੀ ਨੂੰ। ਇਹ ਬਾਬਿਆਂ ਨੇ ਤੇ ਇਹਨਾਂ ਪ੍ਰਚਾਰਕਾਂ ਦਾ ਕੰਮ ਹੀ ਇਹੋ ਆ। ਇਹਨਾਂ ਨੇ ਆਪਣੇ ਕਿਸੇ ਦੇ ਮਗਰ 500 ਲੱਗਾ, ਕਿਸੇ ਦੇ ਮਗਰ 1000, ਕਿਸੇ ਦੇ ਮਗਰ 2 ਲੱਖ ਆ, ਕਿਸੇ ਦੇ ਮਗਰ ਲੱਖ ਫਾਲੋਅਰ ਆ, ਆਪੋ ਆਪਣੇ ਪਿੱਛੇ ਕਬੂਤਰ ਲਈ ਫਿਰਦੇ ਨੇ। ਗੁਰੂ ਗ੍ਰੰਥ ਸਾਹਿਬ ਦਾ ਸਿੱਖ ਨਹੀਂ ਜੇ ਕੋਈ ਰਿਹਾ ਇੱਥੇ। ਜਿੱਦਣ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਗਏ, ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਬਣ ਗਏ, ਸਾਨੂੰ ਕਿਸੇ ਪ੍ਰਚਾਰਕ ਦੀ ਬਾਬੇ ਦੀ ਲੋੜ ਨਹੀਂ ਆ। ਜਿੱਦਣ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ, ਅੰਮ੍ਰਿਤ ਦੀ ਦਾਤ ਬਖਸ਼ੀ ਸੀ, ਗੁਰੂ ਗ੍ਰੰਥ ਸਾਹਿਬ ਅੱਗੇ ਨਕਮਸਤ ਹੋ ਕੇ ਇੱਕੋ ਗੱਲ ਗੁਰੂ ਸਾਹਿਬ ਕੋ ਮੰਗੀ ਸੀ, ਪਰਮੇਸ਼ਰ ਤੁਸੀਂ ਇੱਕ ਗੂੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਰਾ ਦੇ ਅਰਥ ਕਰਾਤੇ ਸੀ, ਇਹ ਬੰਦੇ ਨੂੰ ਤੁਸੀਂ ਬੋਲਣ ਵਾਲੀ ਜ਼ਬਾਨ ਦਿੱਤੀ ਆ ਸਿੱਖ ਨੂੰ। ਤੁਸੀਂ ਖੁਦ ਦੱਸਿਓ, 15 ਭਗਤਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਔਰ 15 ਦੇ 15 ਮੋਸਟਲੀ ਸ਼ੂਦਰ ਨੇ, ਤੇ ਸ਼ੂਦਰ ਨੂੰ ਉਹਨਾਂ ਦਿਨਾਂ ਦੇ ਵਿੱਚ ਨਾ ਤੇ ਧਾਰਮਿਕ ਤੇ ਨਾ ਸਮਾਜਿਕ ਪੜ੍ਹਾਈ ਕਰਨ ਦੀ ਆਗਿਆ ਨਹੀਂ ਸੀ। ਉਹ ਬਾਣੀ ਕਿੱਥੋਂ ਪ੍ਰਗਟ ਹੋ ਗਈ? ਇੱਕ ਨੱਕੇ ਮੋੜ ਦਾ ਬੰਦਾ ਬਾਣੀ ਪ੍ਰਗਟ ਕਰ ਗਿਆ। ਅੱਜ ਪ੍ਰਚਾਰਕਾਂ ਦੀ ਜੇ ਆਪਾਂ ਗੱਲ ਕਰੀਏ, ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ। ਜੇ ਕਿਸੇ ਨੇ ਕਿਸੇ ਨੂੰ, ਅਸੀਂ ਮਾਣ ਨਹੀਂ ਕਰਦੇ, ਪਰ ਅਸੀਂ ਕਹਿੰਦੇ ਵੀ ਜੇ ਕਿਸੇ ਨੇ ਬਾਣੀ ਦੀ ਵਿਚਾਰ ਵੀ ਕਰਨੀ ਆ, ਇਹ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੀ ਥਾਲ ਦੇ ਵਿੱਚ 3 ਕਵਲੀਆਂ ਰੱਖ ਕੇ ਉਹਦੇ ਵਿੱਚ 3 'ਚ ਭੋਜਨ ਦਿੱਤਾ। 7 ਦਾ ਭੋਜਨ ਹੈ। 7 ਕੀ ਆ? ਵਾਹਿਗੁਰੂ। ਗੁਰੂ ਸ਼ਬਦ 7 ਹੈ। ਜਿਹੜਾ ਉਸ ਚੋਂ ਬੁਰਕੀ ਲਾਏਗਾ ਉਹ ਸੰਤੋਖੀ ਹੋਏਗਾ। ਜਿਹੜਾ ਸੰਤੋਖੀ ਹੋਏਗਾ ਵਿਚਾਰ ਉਹ ਕਰ ਸਕਦਾ ਹੈ। ਕਿਸੇ ਕਾਲਜ ਤੋਂ, ਕਿਸੇ ਤੋਂ ਡਿਗਰੀ ਲੈ ਕੇ, ਕਿਸੇ ਬੰਦੇ ਤੋਂ ਸਿੱਖ ਕੇ ਗੁਰੂ ਸਾਹਿਬ ਦੀ ਬਾਣੀ ਦਾ ਵਿਚਾਰ ਨਹੀਂ ਸਿੱਖੋ ਹੋਣਾ। ਇਹ ਆਪ ਉਠੋ, ਗੁਰੂ ਸਾਹਿਬ ਦੀ ਬਾਣੀ ਪੜ੍ਹੋ, ਇਤਿਹਾਸ ਨੂੰ ਸੱਤ ਕਰਕੇ ਜਾਣੋ। ਹੁਣ ਮੈਨੂੰ ਦੱਸੋ, ਇੱਕ ਘਰ ਦੇ ਵਿੱਚ, ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਨੂੰ ਦਿੰਦਾ ਹਾਂ। ਇੱਕ ਘਰ ਦੇ ਵਿੱਚ ਕੋਈ ਕਿਸੇ ਨੇ ਆਪਣੀ ਬੇਟੀ ਦਾ ਰਿਸ਼ਤਾ ਕਰਨਾ ਹੋਵੇ, ਤੇ ਉਹਨੂੰ ਹੋਵੇ ਕਿ ਜਿਹੜੇ ਘਰ ਮੈਂ ਰਿਸ਼ਤਾ ਕਰਨਾ ਉਹਦੇ ਕਿਸੇ ਰਿਸ਼ਤੇਦਾਰ ਨੂੰ, ਭੈਣ ਭਰਾ ਨੂੰ, ਚਾਚੇ ਤਾਏ ਨੂੰ ਜਾ ਕੇ ਪੁੱਛਾਂ ਮੁੰਡਾ ਕਿੱਦਾਂ ਦਾ। ਹਰ ਬੰਦਾ ਸਾਡੇ ਪੰਜਾਬ ਦੇ ਵਿੱਚ ਇਹ ਪੁਣਛਾਣ ਕਰਦਾ ਹੈ। ਬਿਲਕੁਲ। ਤੇ ਸਾਡਾ ਕੀ ਹੁੰਦਾ ਜੇ ਅਸੀਂ ਜਦੋਂ ਪੁਣਛਾਣ ਕਵਰੀ ਵਾਲੇ ਕਰਨ ਜਾਂਦੇ ਨੇ ਤੇ ਅਗਲਿਆਂ ਦਾ ਗਵਾਂਢ ਪੁਣਾ ਹੁੰਦਾ, ਅਗਲੇ ਕਹਿੰਦੇ ਮਾੜਾ ਨਹੀਂ ਕਹਿਣਾ ਮੁੰਡੇ ਬਾਰੇ, ਇਹਨਾਂ ਕਹਿ ਦੋ ਜੀ ਠੀਕ ਆ, ਉਹ ਬੜਾ ਵਧੀਆ ਕਰਦਾ, ਉਹਦਾ ਕੰਮ ਚੰਗਾ ਵਾ, ਬਹੁਤ ਵਧੀਆ ਬੰਦਾ ਜੀ। ਪਰ ਜਾਣ ਲੱਗੇ ਇੱਕ ਗੱਲ ਉੱਠਣ ਲੱਗਿਆ, ਕੁੜੀ ਵਾਲਿਆਂ ਨੂੰ ਕਹਿ ਦੇਣਾ ਉਹ ਆਪਣੀ ਮਰਜ਼ੀ ਕਰ ਲਿਓ, ਇਹਦਾ ਮੇਰਾ ਰਿਸ਼ਤਾ ਟੁੱਟ ਗਿਆ। ਤੁਸੀਂ ਗੱਲਾਂ 100 ਗੁਰੂ ਦੀਆਂ ਸੱਚੀਆਂ ਦੱਸ ਦੋ, ਇੱਕ ਗੱਲ ਤੁਸੀਂ ਗੁਰੂ ਦੇ ਉਲਟ ਕਿਤੇ ਕਰ ਗਏ ਤੇ ਸਾਰੇ ਦਾ ਸਾਰਾ ਮਿਲਿਆ ਮੇਟ ਕਰਤਾ ਤੁਸੀਂ ਸੰਗਤ ਦਾ। ਗੁਰੂ ਸਾਹਿਬ ਬਾਣੀ 'ਚ ਫਰਮਾਉਂਦੇ ਨੇ, ਪਾਧਾ ਗੁਰਮੁਖ ਆਖੀਏ ਚਾਟਣਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗਰੋ ਲਾਹਾ ਜਗ ਮੇਲੇ। ਇਹ ਪਾਧਾ ਕਹਿੰਦੇ ਮਾਰੇ, ਕਹਿੰਦੇ ਪਾਧਾ ਕਹਿੰਦੇ ਮਾਸਟਰ ਨੂੰ, ਪ੍ਰਚਾਰਕ ਨੂੰ, ਕਹਿੰਦੇ ਗੁਰਮੁਖ ਪਾਧਾ ਉਹਨੂੰ ਕਹੋ ਜਿਹੜਾ ਅੱਗੇ ਬੈਠਿਆਂ ਚਾਟੜਿਆਂ ਨੂੰ ਵੀ ਮਤ ਦੇ ਕਿ ਨਾਮ ਨੂੰ ਜਪਿਆ ਕਰੋ। ਅੱਜ ਤੱਕ 20 ਸਾਲ ਦੀ ਇਹਦੇ ਪ੍ਰਚਾਰ ਦੇ ਵਿੱਚ ਕਦੀ ਵਾਹਿਗੁਰੂ ਦਾ ਜਾਪ ਸੁਣਿਆ ਮੂੰਹ ਤੋਂ ਕਿਸੇ ਨੇ? ਮੈਂ ਇਹ ਉਹਨਾਂ ਸੰਗਤਾਂ ਨੂੰ ਪੁੱਛਣਾ ਚਾਹੁੰਦਾ ਵਾਂ ਜਿਹੜੀਆਂ ਇਹ ਗੱਲਾਂ ਕਰਦੇ ਨੇ, ਇਹਨਾਂ ਕਦੀ 20 ਸਾਲ ਦੇ ਵਿੱਚ ਜਾਪ ਸਾਹਿਬ ਦੀ ਕਥਾ ਕੀਤੀ ਹੈ? ਉਹ ਸਾਡੀ ਅਨਿੱਖੜਵਾਂ ਅੰਗ ਹੈ ਸਾਡੇ ਸਿੱਖਾਂ ਦਾ। ਅਸੀਂ ਸਵੇਰੇ ਜਾਪ, ਇਹ ਮੈਂ ਕਹਿੰਦਾ ਗੁਰੂ ਸਾਹਿਬ ਕਿਰਪਾ ਕਰਨ ਇੱਥੇ ਆ ਜਾਣ, ਇਹਨੂੰ ਤਿੰਨੇ ਟਾਈਮ ਜਾਪ ਸਾਹਿਬ ਕਰਾਉਣ ਲਾਵਾਂਗੇ। ਅਸੀਂ ਕਿਸੇ ਨੂੰ ਧਮਕੀ ਨਹੀਂ ਦਿੰਦੇ, ਪਰ ਜਿਹੜਾ ਸਾਡੇ ਗੁਰੂ ਦੀ ਬਾਣੀ ਦੇ ਉੱਤੇ ਸੋਟੀ ਲਾ ਕੇ ਇੰਨੀ ਗੱਲ ਕਹੇਗਾ, ਉਹ ਬੰਦਾ ਫਿਰ ਇਦਾਂ ਨਹੀਂ ਇੱਥੋਂ ਜਾਏਗਾ। ਇੱਥੋਂ ਅਸੀਂ ਕਿਸੇ ਨੂੰ ਧਮਕੀ ਨਹੀਂ ਦੇ ਰਹੇ। ਫਿਰ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਅਸੀਂ ਗੁਰੂ ਸਾਹਿਬ ਦੇ ਸਿੱਖ ਹਾਂ, ਅਸੀਂ ਕਿਸੇ ਲੱਡੂ ਸਾਧ ਪ੍ਰਚਾਰਕ ਦੇ ਸਿੱਖ ਨਹੀਂ ਹੈਗੇ। ਅਸੀਂ ਨਾ ਸਾਡੇ ਗੁਰਦੁਆਰਾ ਸਾਹਿਬ ਕੋਈ ਇਹੋ ਜਿਹਾ ਬੰਦਾ ਵੜੇਗਾ ਜਿਹੜਾ ਇਤਿਹਾਸ ਤੇ ਕਿੰਤੂ ਕਰੇਗਾ। ਅਸੀਂ ਗੁਰੂ ਦੇ ਸਿੱਖ ਪੁੱਛਾਂਗੇ ਖਿਲਾਰ ਕੇ, ਸਾਡਾ ਫਰਜ਼ ਹੈ। ਸਾਨੂੰ ਉਹ ਵੀਰ ਕਹਿੰਦੇ ਤੁਸੀਂ ਅਕਾਲ ਤਖਤ ਸਾਹਿਬ ਚੱਲ ਜਾਣਾ ਹੈ, ਅਕਾਲ ਤਖਤ ਸਾਹਿਬ ਤੋਂ ਅੱਗੇ ਭਗੌੜਾ ਹੋ, ਤੇ ਅਸੀਂ ਇੱਥੇ ਗੁਰੂ ਦੀ ਨਿੰਦਿਆ ਕਰ ਜੇ, ਕੋਈ ਸਾਡੇ ਇਤਿਹਾਸ ਦੀ ਨਿੰਦਿਆ ਕਰ ਜੇ, ਅਸੀਂ ਅਕਾਲ ਤਖਤ ਸਾਹਿਬ ਨੂੰ ਵੇਖਾਂਗੇ। ਉੱਥੇ ਅਕਾਲ ਤਖਤ ਸਾਹਿਬ ਕੋਲ ਹਜ਼ਾਰਾਂ ਰੋਜ਼ ਕੰਪਲੇਨਾਂ ਜਾਂਦੀਆਂ ਨੇ, ਇਹੋ ਜਿਹੀਆਂ ਕਈ ਕਾਂਗਿਆਰੀਆਂ ਤੋਂ ਉਗੀਆਂ ਨੇ ਪੰਥ ਦੇ ਵਿੱਚ। ਕਿਹਨੂੰ ਸੁਣਨਗੇ ਉਹ, ਕਿਹਨੂੰ ਛੇਕਣਗੇ? ਖਾਲਸਾ ਜੀ, ਮੈਂ ਤੁਹਾਨੂੰ ਇੱਥੇ ਰੋਕਦਾ।
ਜਿਵੇਂ ਮੈਂ ਸਵੇਰੇ ਹੀ ਇੱਕ ਵੀਡੀਓ ਦੇਖੀ ਸੀਗੀ ਜਿਹਦੇ ਵਿੱਚ ਮੇਰਾ ਪੱਤਰਕਾਰ ਵੀਰ ਸਵਾਲ ਕਰ ਰਿਹਾ ਕਿ ਇੱਥੇ ਸਿੰਗਰ ਆਉਂਦੇ ਨੇ, ਪੈਸੇ ਹਜ਼ਾਰਾਂ ਡਾਲਰਾਂ ਦੇ ਹਿਸਾਬ ਨਾਲ ਚਲੇ ਜਾਂਦੇ ਆ, ਤੁਸੀਂ ਉਹਨਾਂ ਨੂੰ ਦਿੰਦੇ ਹੋ, ਕਿ ਉਹਨਾਂ ਨੇ ਜੋ ਮੌਜੂਦਾ ਹਾਲਤ ਨੇ ਪੰਜਾਬ ਦੇ, ਪੰਜਾਬ ਸਾਰਾ ਪਾਣੀ 'ਚ ਡੁੱਬਾ ਪਿਆ, ਉਹਨਾਂ ਦੀ ਸਹਾਇਤਾ ਕੀਤੀ ਆ। ਮੈਂ ਇਹ ਗੱਲ ਪੁੱਛਣਾ ਚਾਹੁੰਦਾ ਪੱਤਰਕਾਰ ਵੀਰ ਨੂੰ ਵੀ ਤੂੰ ਇਹ ਵੀ ਗੱਲ ਕਿਤੇ ਪੁੱਛ ਲੈਂਦਾ ਕਿ ਇੱਥੇ ਢੰਡਰੀਆਂ ਵਾਲਾ ਵੀ ਆ ਕੇ ਪੈਸੇ ਹਜ਼ਾਰਾਂ ਇਕੱਠੇ ਕਰਕੇ ਲੈ ਜਾਂਦਾ, ਧੁੰਮੇ ਨੇ ਵੀ ਕਰਨੇ ਆ, ਹੋਰ ਵੀ ਪ੍ਰਚਾਰਕ ਆਉਂਦੇ ਆ, ਇਹਨਾਂ ਨੇ ਕਦੇ ਕਿਸੇ ਗਰੀਬ ਦੀ ਸਹਾਇਤਾ ਵੀ ਕੀਤੀ ਆ? ਜਾਂ ਅੱਜ ਅਜੋਕੇ ਟਾਈਮ ਦੇ ਵਿੱਚ ਜਿੱਥੇ ਪੰਜਾਬ ਦੀ ਜਨਤਾ ਤਰਾਸ ਕਰ ਰਹੀ ਆ, ਉਹਨਾਂ ਦੀ ਹੈਲਪ ਵਾਸਤੇ ਸ਼੍ਰੋਮਣੀ ਕਮੇਟੀ ਹੋਏ ਜਾਂ ਹੋਰ ਧਾਰਮਿਕ ਜਥੇਬੰਦੀਆਂ ਹੋਣ ਜਾਂ ਪੇਂਡੂ ਨੌਜਵਾਨ ਸਭਾਵਾਂ ਨੇ ਬੀੜਾ ਚੁੱਕਿਆ ਹੋਇਆ ਵਾ, ਤੇ ਕੀ ਇਹ ਸਾਧ ਇੰਨਾ ਪੈਸਾ ਇਕੱਠਾ ਕਰਕੇ ਲੈ ਜਾਂਦੇ ਨੇ? ਇਹਨਾਂ ਦਾ ਕੋਈ ਫਰਜ਼ ਨਹੀਂ ਬਣਦਾ? ਹਾਂਜੀ, ਚਲੋ ਅੱਗੇ ਗੱਲ ਤੋਰੀਏ। ਵੇਖੋ, ਗਾਇਕਾਂ ਦੀ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ, ਇਹ ਬੰਦਾ ਪ੍ਰਚਾਰ 'ਚ ਕਹਿੰਦਾ ਜੀ ਰਾਜਨੀਤਿਕ ਲੋਕ ਨੇ ਜਿਹੜੇ ਉਹ 5 ਸਾਲ ਵਾਸਤੇ ਕਹਿੰਦੇ, ਉਹ ਵਿਖਾਵੇ ਵਾਸਤੇ ਕਹਿੰਦੇ ਸ੍ਰੀ ਸਾਹਿਬ ਪਾ ਲੈਂਦੇ ਨੇ, ਜੇ ਤੇ ਬਣ ਜਾਣ ਉਹਨਾਂ ਦਾ ਕੰਮ ਬਣ ਜੇ ਤੇ ਉਹ 5 ਸਾਲ ਪਾਈ ਰੱਖਦੇ ਨੇ ਥੱਲੇ, ਉਹਦੀ ਨਾ ਬਣੇ ਕੰਮ ਤੇ ਉਹ ਲਾ ਕੇ ਰੱਖ ਦਿੰਦੇ ਨੇ। ਭਾਈ ਅਸੀਂ ਤੈਨੂੰ ਪੁੱਛਦੇ ਆ, ਤੂੰ ਤੇ ਸਿੱਖਾਂ ਦਾ ਪ੍ਰਚਾਰਕ ਹੈ, ਤੂੰ 20 ਸਾਲ ਤੋਂ ਸ੍ਰੀ ਸਾਹਿਬ ਪਾਇਆ ਆ, ਔਰ ਜਿਹੜੀ ਬਾਣੀ ਦਾ ਤੂੰ ਸ੍ਰੀ ਸਾਹਿਬ ਅੰਮ੍ਰਿਤ ਛਕਿਆ, ਜਿਹੜੀਆਂ ਬਾਣੀਆਂ ਨੂੰ ਪੜ੍ਹ ਕੇ ਉਹ ਤੇ ਤੂੰ ਗਿੰਦੂ ਕਰੀ ਜਾਣਾ। ਤੂੰ ਕਿਹੜਾ ਨਵਾਂ? ਤੁਹਾਡੇ ਲੋਕਾਂ ਨੇ ਇੱਥੇ ਕੋਸ਼ਿਸ਼ ਕੀਤੀ ਸੀ ਵਰਜੀਨੀਆ ਦੇ ਵਿੱਚ, ਕੁਲਦੀਪ ਸੋਹਾਣਾ ਨੇ 3 ਬਾਣੀਆਂ ਦਾ ਅੰਮ੍ਰਿਤ ਸੰਚਾਰ ਕਰਨ ਦੀ, ਤੇ ਸਿੱਖਾਂ ਨੂੰ ਧੌਣ ਤੇ ਗੋਡਾ ਰੱਖ ਕੇ ਵੱਖੀ ਥਾਣੀ ਕੱਢੀਆਂ, ਫਿਰ ਭੱਜਦਾ ਸੀ। ਇਹ ਤੁਹਾਡੀ ਉਹ ਵੀ ਦਾ ਨਹੀਂ ਚੱਲਿਆ ਇੱਥੇ। ਤੁਸੀਂ ਤੁਹਾਡਾ ਵੇਖੋ ਇੱਕੋ ਹੀ ਕੰਮ ਹੈ ਇਹਨਾਂ ਲੋਕਾਂ ਦਾ, ਦਸਮ ਦੀ ਬਾਣੀ ਨਾਲੋਂ ਤੋੜ ਕੇ ਤੇ ਗੁਰੂ ਗ੍ਰੰਥ ਸਾਹਿਬ ਨਾਲ ਕਹਿੰਦੇ ਅਸੀਂ ਜੋੜਦੇ ਆ। ਜਿੰਨਾ ਚਿਰ ਤੱਕ ਸਿੱਖ ਕੋਲ ਉਹਦਾ ਇਤਿਹਾਸ ਨਹੀਂ, ਉਹਨਾਂ ਚਿਰ ਤੱਕ ਤੁਸੀਂ ਗੁਰੂ ਨਾਲ ਕਿੱਦਾਂ ਜੁੜ ਜਾਓਗੇ ਭਾਈ? ਦਸਮ ਪਾਤਸ਼ਾਹ ਨੇ ਤੇ ਆਪ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਉਪਦੇਸ਼ ਦੱਸਿਆ ਜੀ, ਗੁਰੂ ਮਾਨਿਓ ਗ੍ਰੰਥ। ਜੇ ਗੁਰੂ ਮਾਨਿਓ ਗ੍ਰੰਥ ਹੈ, ਗੁਰੂ ਦਸਮ ਪਾਤਸ਼ਾਹ ਜੀ ਨੇ ਕਿਹਾ ਸੀਗਾ, ਤੇ ਫਿਰ ਵਿਤਕਰਾ ਕਾਹਦਾ? ਵੇਖੋ, ਗੱਲ ਇਦਾਂ ਆ, ਅਸੀਂ ਆਪਣਾ ਇਸ਼ਟ ਮੰਨਦੇ ਗੁਰੂ ਗ੍ਰੰਥ ਸਾਹਿਬ ਨੂੰ। ਹਾਂਜੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 6 ਗੁਰੂਆਂ ਸਾਹਿਬ ਦੀ ਬਾਣੀ ਆ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਆ, ਪਰ ਉਹਦੇ ਵਿੱਚ 4 ਗੁਰੂਆਂ ਦੀ ਬਾਣੀ ਨਹੀਂ ਦਰਜ। ਅਸੀਂ ਉਹਨਾਂ ਗੁਰੂਆਂ ਦੀ ਬਾਣੀ ਨਹੀਂ ਮੰਨਦੇ, ਫਿਰ ਉਹਨੂੰ ਅਸੀਂ ਉਹਨਾਂ ਗੁਰੂਆਂ ਨੂੰ ਗੁਰੂ ਨਹੀਂ ਮੰਨਦੇ। ਉਹ ਪੂਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਗੁਰੂ ਦਾ ਜੀਵਨ ਨਹੀਂ ਲਿਖਿਆ, ਉਹਦੇ ਵਿੱਚ ਕਿਸੇ ਦੀ ਹਿਸਟਰੀ ਨਹੀਂ ਲਿਖੀ। ਕਿੱਥੋਂ ਲਿਆਓਗੇ ਤੁਸੀਂ ਸਾਰੇ? ਮੈਂ ਇਹਨਾਂ ਨੂੰ ਕੱਲ ਮੈਂ ਸੁਣਦਾ ਵਾ ਘਾਟਿਆ ਕਿਸੇ ਵੀ ਪ੍ਰਚਾਰਕ ਨੂੰ, ਮੈਨੂੰ ਪ੍ਰਚਾਰਕ ਨੂੰ ਸੁਣਦੇ ਲਈ ਮੇਰੇ ਕੋਲ ਗੁਰੂ ਹੈਗਾ ਆ, ਤੇ ਜਿਹਦੇ ਕੋਲ ਪੂਰਾ ਗੁਰੂ ਨੂੰ ਕਿਸੇ ਨੂੰ ਸੁਣਨ ਦੀ ਲੋੜ ਨਹੀਂ ਹੈਗੀ। ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਵੀ ਜਿੱਦਣ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਨੇ ਬਖਸ਼ੀ ਸੀ, ਇੱਕੋ ਅਰਦਾਸ ਸੀ, ਮਹਾਰਾਜ ਇਹ ਕਲਯੁਗ ਦਾ ਸਮਾਂ ਹੈ, ਇੱਥੇ ਕਿਸੇ ਦੇ ਲੜ ਨਾ ਲਾਇਓ, ਖੁਦ ਦੱਸਿਓ ਕੀ ਕਹਿਣਾ ਚਾਹ ਰਹੇ ਜੇ, ਤੁਸੀਂ ਮੇਰੇ ਪਿਓ ਜੇ, ਮੈਂ ਤੁਹਾਡਾ ਪੁੱਤਰ ਆ। ਤੇ ਉਸ ਪਿਓ ਨੇ ਇੰਨੀ ਕੁ ਬਖਸ਼ਿਸ਼ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਵੀ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਪਈ। ਅੱਜ ਅਸੀਂ ਕਹਿੰਦੇ ਆ ਵੀ ਅਸੀਂ ਸਾਡੇ ਨਾਲ ਕੋਈ ਵਿਚਾਰ ਕਰਕੇ ਵੇਖੇ, ਮਹਾਰਾਜ ਦੀ ਕਿਰਪਾ ਨਾਲ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਤੇ ਮਾਣ ਕਰਕੇ ਕਹਿੰਦੇ ਆ, ਜਿੰਨੇ ਕਰਨਾ, ਜਿੱਥੇ ਪ੍ਰਚਾਰ, ਜਿੱਥੇ ਕਿਸੇ ਨੇ ਡਿਬੇਟ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਤੇ ਕਰ ਲੇ। ਪਰ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦਾ ਨਾਮ ਲੈ ਕੇ ਤੇ ਮੈਨੂੰ ਇਹ ਅਥਾਰਟੀ ਮਿਲ ਗਈ ਹੈ ਕਿ ਮੈਂ ਦਸਮ ਦੀ ਬਾਣੀ ਨੂੰ, ਮੈਂ ਅੰਮ੍ਰਿਤ ਦੀਆਂ ਬਾਣੀਆਂ ਨੂੰ, ਮੈਂ ਇੱਥੇ ਇਤਿਹਾਸ ਨੂੰ ਭੰਨਣ ਤੋੜਨ ਦੀ ਮੈਨੂੰ ਆਗਿਆ ਮਿਲ ਜੇ ਕਿਤੇ। ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਕੁੱਖ ਦੇ ਵਿੱਚੋਂ ਦਸਮ ਪਾਤਸ਼ਾਹ ਨੇ ਪ੍ਰਕਾਸ਼ ਲੈਣਾ ਹੋਵੇ, ਉਹਨੂੰ ਕਿੰਨੀ ਕੁ ਬੰਦਗੀ ਦੀ ਲੋੜ ਆ, ਇਹਨਾਂ ਮੂਰਖਾਂ ਨੂੰ ਕੀ ਪਤਾ ਆ? ਇਹ ਕਹਿੰਦੇ ਬੰਦਗੀ ਨਹੀਂ ਕੀਤੀ, ਉਹ ਕਹਿੰਦੇ ਬਾਕੀ ਗੁਰੂਆਂ ਨੇ ਬੰਦਗੀ ਨਹੀਂ ਕੀਤੀ। ਉਹ ਬਾਕੀ ਗੁਰੂਆਂ ਦੇ ਤੁਸੀਂ ਖੁਦ ਵੇਖੋ, ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪ੍ਰਕਾਸ਼ ਲੈਣਾ ਹੋਵੇ, ਉਹਨੂੰ ਗੁਰੂ ਸਾਹਿਬ ਨੇ ਆਪਣੀ 75 ਨਾਟਕ 'ਚ ਲਿਖਿਆ ਵਾ, ਆਪਣੀ ਕਥਾ ਵਿਖਿਆਨ ਦੇ ਵਿੱਚ, ਕਿ ਸਾਡਾ ਮਾਤ ਲੋਕ ਚਾਉਣ ਨੂੰ ਦਿਲ ਨਹੀਂ ਸੀ ਕਰਦਾ, ਪਰ ਪਰਮੇਸ਼ਰ ਵੱਲੋਂ ਆਪਣਾ ਸੁੱਤ ਨਿਵਾਜ ਕੇ ਤੇ ਸਾਨੂੰ ਇਹ ਆਗਿਆ ਕੀਤੀ ਗਈ ਕਿ ਤੁਹਾਡੇ ਮਾਂ ਪਿਓ ਦੀ ਬੰਦਗੀ ਬੜੀ, ਤੁਹਾਨੂੰ ਮਾਤ ਲੋਕ ਜਾਣਾ ਪਏਗਾ। ਤੇ ਇਹ ਲੋਕਾਂ ਨੇ ਸਾਰਾ ਕੁਝ ਹੀ, ਮੈਂ ਕੱਲ ਸੁਣ ਰਿਹਾ ਹਾਂ ਜੀ, ਕਹਿੰਦਾ ਤੁਸੀਂ ਚਮਕੌਰ ਸਾਹਿਬ ਜਾਣਾ ਕਿ ਹੇਮਕੁੰਟ ਸਾਹਿਬ ਜਾਣਾ, ਉਹ ਸਿੱਖ ਦੋਈ ਥਾਈਂ ਚੱਲ ਜਾਣਗੇ, ਸਿੱਖਾਂ ਕੋਲ ਪੈਸੇ ਨਹੀਂ ਹੈਗੇ। ਕੱਲ ਨੂੰ ਤੁਸੀਂ ਕਹੋਗੇ ਨਨਕਾਣਾ ਸਾਹਿਬ ਜਾਣਾ ਕਿ ਹਰਿਮੰਦਰ ਸਾਹਿਬ ਜਾਣਾ। ਇਹਨਾਂ ਦੇ ਜਿਹੜੇ ਆਕਾ ਬੈਠੇ ਨੇ ਨਾ, ਉਹ ਨਿਊਜ਼ੀਲੈਂਡ ਵਾਲੇ, ਉਹ ਆਕਾ ਪਤਾ ਕੀ ਕਹਿੰਦੇ? ਉਹ ਕਹਿੰਦੇ ਧੁੰਦਿਆ ਤੈਨੂੰ ਬਿਮਾਰੀ ਪੈ ਜੇ, ਤੇਰੇ ਨੂੰ ਤੇ ਢੱਡਰੀਆਂ ਵਾਲੇ ਅੱਗੇ ਲੰਘ ਗਿਆ। ਹੁਣ ਭਾਈ ਸਾਹਿਬ ਉਹ ਸੁਣੋ, ਤੂੰ ਵੀ ਨਿਊਜ਼ੀਲੈਂਡ ਵਾਲੇ ਆ, ਢੱਡਰੀਆਂ ਵਾਲੇ ਨੂੰ ਜੈਡ ਸਿਕਿਉਰਿਟੀ ਲੈ ਲਈ, ਉਹਦੇ ਕੋਲ 4 ਪੈਸੇ ਹੀ, ਇਹਨੂੰ ਵੀ ਲੈ ਦਿਓ, ਉਹ ਤੋਂ ਵੀ ਛੜੱਪੀ ਮਾਰ ਜਾਏਗਾ ਜ਼ਿਆਦਾ। ਜਿੰਨਾ ਮਰਜ਼ੀ ਕਰਾ ਲਓ ਇਹਨਾਂ ਕੋਲ ਪ੍ਰਚਾਰ, ਕੂੜ ਪ੍ਰਚਾਰ ਤੁਸੀਂ ਗੁਰੂਆਂ ਦੇ ਖਿਲਾਫ। ਖਾਲਸਾ ਜੀ, ਬਹੁਤ ਚੰਗੇ ਵਿਚਾਰ ਤੁਸੀਂ ਦਿੱਤੇ ਆ, ਗੁਰਬਾਣੀ ਬਾਰੇ ਵੀ ਤੁਹਾਨੂੰ ਕਾਫੀ ਨੌਲੇਜ ਹੈ। ਪ੍ਰਧਾਨ ਸਾਹਿਬ ਨੇ ਵੀ ਬੇਨਤੀ ਕੀਤੀ ਆ, ਗਿੱਲ ਸਾਹਿਬ ਨੇ ਵੀ ਬੇਨਤੀ ਕੀਤੀ ਆ, ਸਬਰੰਗ ਟੀਵੀ ਵੀ ਤੁਹਾਡੇ ਚਰਨਾਂ 'ਚ ਬੇਨਤੀ ਅਰਦਾਸ ਕਰਦਾ, ਮਿਲ ਬੈਠੋ। ਇਹਨਾਂ ਵਿਵਾਦਾਂ ਤੋਂ ਆਪਾਂ ਗਰੇਜ਼ ਕਰੀਏ, ਬਚੀਏ। ਔਰ ਮੈਂ ਦੂਸਰੇ ਸੱਜਣਾਂ ਨੂੰ ਵੀ ਜਿਹੜੇ ਬੁਲਾ ਰਹੇ ਨੇ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਅਗਰ ਤੁਸੀਂ
ਮੇਰੇ ਸਾਹਮਣੇ ਟੀਵੀ ਤੇ ਕੋਈ ਗੱਲ ਕਹਿਣੀ ਚਾਹੁੰਦੇ ਹੋ ਤੇ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ 5713157224 5713157224। ਗਿੱਲ ਸਾਹਿਬ ਹੋਰ ਕੁਝ ਕਹਿਣਾ ਚਾਹੁੰਦੇ ਹੋ ਪ੍ਰਧਾਨ ਜੀ? ਮੈਂ ਫਿਰ ਪਹਿਲੋਂ ਤਾਂ ਮੈਂ ਸਬਰੰਗ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ, ਤੁਸੀਂ ਆਪਣਾ ਟਾਈਮ ਕੱਢਿਆ, ਤੁਸੀਂ ਇੱਥੇ ਪਹੁੰਚੇ ਹੁੰਦੇ ਸਾਹਿਬ ਦਾ ਵੀ। ਤੇ ਮੈਂ ਫਿਰ ਮੇਰੀ ਹੱਥ ਜੋੜ ਕੇ ਬੇਨਤੀ ਆਪਣੇ ਭੈਣ ਭਰਾਵਾਂ ਅੱਗੇ ਵੀ ਆਪਾਂ ਰਲ ਕੇ ਰਹੀਏ, ਇੱਕ ਬੰਦੇ ਪਿੱਛੇ ਆਪਾਂ ਆਪਣੇ ਪਰਿਵਾਰ 'ਚ ਲੜਾਈ ਨਾ ਪਾਈਏ। ਕੰਟਰੋਵਰਸੀ ਚਲਦੀ ਪਈ ਉਸ ਬੰਦੇ ਦੇ ਨਾਂ ਤੇ, ਆਪਾਂ ਉਸ ਬੰਦੇ ਨੂੰ ਦੂਰ ਰੱਖੀਏ ਆਪਣੇ ਗੁਰੂ ਘਰ ਤੋਂ। ਉਸ ਪਿੱਛੇ ਉਹਨੇ ਤੇ ਆਪਣਾ 1 ਘੰਟਾ ਕਰਕੇ ਤੁਰ ਜਾਣਾ। ਬਿਲਕੁਲ ਜੀ, ਬਿਲਕੁਲ ਤੇ ਅਸੀਂ ਪੂਰਾ ਸਾਲ ਇੱਕ ਬੰਦੇ ਪਿੱਛੇ ਲੜੀਏ, ਮੇਰੇ ਹਿਸਾਬ ਨਾਲ ਉਹ ਸਾਡੀ ਸਿਆਣਪ ਨਹੀਂ ਹੈਗੀ। ਤੇ ਮੈਂ ਆਪਣੇ ਦੂਜੇ ਭਰਾਵਾਂ ਨੂੰ ਵੀ ਕਹਿਣਾ ਵਾ, ਉਹਨਾਂ ਨਾਲ ਵੀ ਮੇਰੇ ਸੀਨੀਅਰ ਬੰਦੇ ਵੇ, ਉਹ ਸਾਰੇ ਹੀ ਮੇਰੇ ਵੱਡੇ ਭਰਾ ਹੀ ਹੈ ਸਾਰੇ ਹੀ। ਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਇਹੀ ਬੇਨਤੀ ਕਰਨਾ ਵੀ ਤੁਸੀਂ ਵੀ ਥੋੜ੍ਹੇ ਜਿਹੇ ਸਿਆਣੇ ਬਣੋ, ਆਪਾਂ ਉਸ ਬੰਦੇ ਪਿੱਛੇ ਇੰਨੀ ਲੜਾਈ ਨਾ ਪਾਈਏ ਜਿੱਥੇ ਅਸੀਂ ਪੂਰੇ ਸਾਲ 'ਚ ਨਾ ਕਿੰਤੂ ਪਰੰਤੂ 'ਚ ਰਹੀਏ। ਆਪਾਂ ਰਲ ਕੇ ਰਹੀਏ, ਰਲ ਕੇ ਅੱਗੋਂ ਗੁਰੂ ਘਰ ਦੇ ਕੰਮ ਕਰੀਏ, ਜਿਹੜਾ ਸਾਡਾ ਕੰਮ ਹੈ। ਤੇ ਬਾਕੀ ਆਪਾਂ ਸਾਰੇ ਜਿਹਨੇ ਪਿਆਰ ਨਾਲ ਰਹੀਏ। ਮਿਹਰਬਾਨੀ ਸੁਨੀਲ ਜੀ। ਸਬਰੰਗ ਟੀਵੀ ਤੁਹਾਡਾ ਆਪਣਾ ਟੀਵੀ ਹੈ। ਜਿੰਨਾ ਇਹ ਲੋਕ ਮੇਰੇ ਨਜ਼ਦੀਕ ਨੇ, ਉਹਨੇ ਦੂਜੇ ਲੋਕ ਵੀ ਮੇਰੇ ਨਜ਼ਦੀਕ ਨੇ। ਮੇਰੇ ਵਾਸਤੇ ਸਾਰੇ ਇੱਕੋ ਜਿਹੇ ਨੇ। ਅਗਰ ਜੇ ਮੇਰੀ ਜ਼ਰੂਰਤ ਹੋਏ ਤੁਸੀਂ ਵੀ ਮੈਨੂੰ ਕਾਲ ਕਰਿਓ। ਔਰ ਸਾਡੇ ਨਾਲ ਭਾਈ ਲਖਵਿੰਦਰ ਸਿੰਘ ਜੀ ਖਾਲਸਾ, ਜੋ ਚੜ੍ਹਦੀ ਕਲਾ ਵਾਲੇ ਸਿੰਘ ਨੇ ਔਰ ਉਸ ਗੁਰੂ ਘਰ ਦੇ ਨਾਲ ਸੰਬੰਧਿਤ ਵੀ ਨੇ। ਗੱਤਕਾ ਬੱਚਿਆਂ ਨੂੰ ਸਿਖਾਉਣਾ ਔਰ ਅਕੈਡਮੀ ਕੀਰਤਨ ਸਿਖਾਉਣਾ, ਇਹਨਾਂ ਦੇ ਪਰਿਵਾਰ 'ਤੇ ਬਹੁਤ ਹੀ ਗੁਰੂ ਮਹਾਰਾਜ ਦਾ ਹੱਥ ਹੈ, ਆਸ਼ੀਰਵਾਦ ਹੈ। ਔਰ ਉਸ ਗੁਰੂ ਘਰ ਦੇ ਵਿੱਚ ਹਮੇਸ਼ਾ ਹੀ ਜਦੋਂ ਅਸੀਂ ਇਹਨਾਂ ਨੂੰ ਦੇਖਦੇ ਹਾਂ, ਸੇਵਾ ਕਰਦੇ ਦੇਖਦੇ ਹਾਂ। ਭਾਈ ਲਖਬੀਰ ਸਿੰਘ ਖਾਲਸਾ ਜੀ, ਜਿਵੇਂ ਆ ਵਾਦ-ਵਾਦ ਬੜਾ ਚੱਲਿਆ ਸਰਬਜੀਤ ਸਿੰਘ ਧੁੰਦਾ ਦਾ, ਜਿਹਦਾ ਵਿਰੋਧ ਨਿਊਯਾਰਕ ਵੀ ਹੋਇਆ, ਆਸਟ੍ਰੇਲੀਆ 'ਚ ਵੀ ਹੋਇਆ, ਹੋਰ ਕਈ ਕੰਟਰੀਆਂ 'ਚ ਹੋਇਆ ਤੇ ਬਹੁਤ ਥਾਵਾਂ 'ਤੇ ਹੋਇਆ। ਔਰ ਇੱਥੇ ਉਹਨਾਂ ਨੂੰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਕਿ ਸੰਗਤਾਂ ਦੇ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਰੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਲਖਵਿੰਦਰ ਸਿੰਘ ਖਾਲਸਾ। ਜਿਹੜਾ ਤੁਸੀਂ ਸਵਾਲ ਕਰ ਰਹੇ ਹੋ, ਹੁਣੇ ਪਤਾ ਲੱਗਾ ਸੀ ਥੋੜੇ ਟਾਈਮ ਤੋਂ ਕਿ ਸਰਬਜੀਤ ਸਿੰਘ ਧੁੰਦਾ ਜਿਹੜਾ ਬਾਲਟੀਮੋਰ ਆ ਰਹੇ ਨੇ। ਉਹਦਾ ਰੀਜਨ ਕੀ ਆਉਣ ਦਾ? ਇੱਕ ਬੰਦੇ ਦਾ ਮਕਸਦ ਹੁੰਦਾ ਕਿ ਪ੍ਰਚਾਰ ਕਰਨਾ, ਹਾਂਜੀ, ਜਗ੍ਹਾ ਜਗ੍ਹਾ ਜਾ ਕੇ। ਪ੍ਰਚਾਰਕ ਦਾ ਕੰਮ ਹੈ ਕਿ ਬਾਣੀ ਦਾ ਪ੍ਰਚਾਰ ਕਰਨਾ ਤੇ ਸ਼ਾਂਤੀ ਵਰਤਾ ਦੇਣੀ, ਹਿਰਦਿਆਂ ਨੂੰ ਠੰਡਕ ਪਹੁੰਚਾਣੀ। ਇਹ ਬੰਦਾ ਜਿੱਥੇ ਵੀ ਜਾਂਦਾ ਹੈ ਤੇ ਮੈਨੂੰ ਲੱਗਦਾ ਇਦਾਂ ਕਿ ਜਿੱਦਾਂ ਕਹਿੰਦੇ ਨਹੀਂ ਬਲਦੀ ਤੇ ਤੇਲ ਪਾਣਾ, ਕੌਮ ਦੇ ਵਿੱਚ ਪਹਿਲਾਂ ਹੀ ਦਫਾੜ ਏ। ਇਹ ਥਾਂ ਥਾਂ ਤੇ ਜਾ ਕੇ ਵਿਵਾਦਿਤ ਪ੍ਰਚਾਰ ਕਰਕੇ ਹੋਰ ਵੀ ਬਖੇੜਾ ਖੜਾ ਕਰ ਦਿੰਦਾ। ਹੁਣ ਆਪਾਂ ਆਪਣੇ ਗੁਰਦੁਆਰਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਦੀ ਗੱਲ ਕਰਦੇ ਆ। ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ 4 ਸਾਲ ਪਹਿਲਾਂ ਜਦੋਂ ਇਸੇ ਮੂਵ ਹੋਏ ਸੀ, ਸਿੰਘਾਂ ਨੇ ਅਪਰੋਚ ਕੀਤੀ, ਵਧੀਆ ਟੀਚਰ ਲੱਭੇ, ਵਧੀਆ ਸਾਰੇ ਅਕੈਡਮੀ ਚੱਲ ਰਹੀ ਹੈ, ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੱਚੇ ਜਿਹੜੇ ਨੇ ਰਾਗਾਂ ਦੇ ਵਿੱਚ ਕੀਰਤਨ ਸਿੱਖ ਰਹੇ ਨੇ। ਜਿਸ ਸ਼ਬਦ ਜਿਹੜੇ ਰਾਗ 'ਚ ਲਿਖਿਆ ਉਸੇ ਰਾਗ 'ਚ ਬੱਚੇ ਗਾਉਂਦੇ ਨੇ। ਕੀ ਬਾਤ ਹੈ, ਠੀਕ ਹੈ ਜੀ। ਫਿਰ ਬੱਚੇ ਗੱਤਕਾ ਖੇਡਦੇ ਨੇ ਔਰ ਬਾਹਰਲੇ ਕੰਪੀਟੀਸ਼ਨ ਮੈਦਾਨੇ ਜੰਗ ਹੋਇਆ, ਉੱਥੋਂ ਬੱਚੇ ਸਾਡੇ ਵਿਨ ਕਰਕੇ ਆਏ ਨੇ। ਉਸ ਤੋਂ ਬਾਅਦ ਬੱਚੇ ਗੁਰਬਾਣੀ ਦੀ ਸੰਥਿਆ ਲੈ ਰਹੇ ਨੇ। ਉਸ ਤੋਂ ਬਾਅਦ ਪੰਜਾਬੀ ਗੁਰਮੁਖੀ ਸਕੂਲ ਚੱਲ ਰਿਹਾ ਉੱਥੇ। ਇਹ ਸਾਰਾ ਸ਼ਾਇਦ ਵਿਰੋਧੀ ਜਿਹੜੇ ਹੈਗੇ ਨੇ ਉਹਨਾਂ ਨੂੰ ਸ਼ਾਇਦ ਇਹ ਚੀਜ਼ਾਂ ਪਸੰਦ ਨਹੀਂ, ਚੁੱਭ ਰਹੀਆਂ ਨੇ ਤੇ ਕੋਈ ਨਾ ਕੋਈ ਐਕਸਕਿਊਜ਼ ਲੱਭਦੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਸਭ ਕੁਝ ਬੰਦ ਕਰਾ ਦਿੱਤਾ ਜਾਏ। ਔਰ ਸਾਰੇ ਪ੍ਰਚਾਰਕ ਹੀ ਸਤਿਕਾਰਯੋਗ ਨੇ, ਮੈਂ ਸਾਰਿਆਂ ਦਾ ਦਿਲੀ ਸਤਿਕਾਰ ਕਰਦਾ। ਕਿਸੇ ਵੀ ਕਾਲਜ ਦੇ ਨਾਲ, ਕਿਸੇ ਸੰਪਰਦਾ ਦਾ ਕੋਈ ਵੀ ਪ੍ਰਚਾਰਕ ਹੈ, ਅਸੀਂ ਉਹਦਾ ਸਤਿਕਾਰ ਕਰਦੇ ਹਾਂ, ਰਿਸਪੈਕਟ ਕਰਦੇ ਹਾਂ। ਪਰ ਧੁੰਦੇ ਦੀ ਗੱਲ ਕਰਦੇ ਹਾਂ, ਧੁੰਦਾ ਐਡਾ ਵਿਵਾਦਿਤ ਕਿਉਂ ਹੈ? ਮੇਰੇ ਕੋਲ ਸਵਾਲ ਨੇ। ਜਦੋਂ ਵੀ ਕੋਈ ਆਸਟ੍ਰੇਲੀਆ ਲੜਾਈ ਹੋਈ ਹੈ ਪਿੱਛੇ ਜਾਂ ਕਿਤੇ ਨਿਊਯਾਰਕ ਹੋਈ ਹੈ, ਸਾਡੇ ਇਦਾਂ ਕਿਉਂ ਪੇਸ਼ ਕੀਤਾ ਜਾਂਦਾ ਹੈ ਕਿ ਇਹ ਲੜਾਈ ਜਿਹੜੀ ਹੋਈ ਹੈ ਇਹ ਟਕਸਾਲੀਆਂ ਦੀ ਤੇ ਮਸ਼ੀਨਰੀਆਂ ਦੀ ਲੜਾਈ ਹੈ? ਮੇਰਾ ਸਵਾਲ ਹੈ, ਜਾਪ ਸਾਹਿਬ ਜਿੰਦੀ ਇਹ ਕਥਾ ਨਹੀਂ ਕਰ ਸਕਦਾ ਬੰਦਾ, ਇਹ ਚੌਪੀ ਸਾਹਿਬ ਦੀ ਕਥਾ ਨਹੀਂ ਕਰ ਸਕਦਾ ਬੰਦਾ, ਦੱਸੋ ਵੀ ਉਹ ਕਿੰਦਾ ਉਚਾਰਨ ਕੀਤਾ, ਕਿਹੜੇ ਟਕਸਾਲੀ ਨੇ ਉਚਾਰਿਆ ਜਾਪ ਸਾਹਿਬ? ਚੌਪੀ ਸਾਹਿਬ ਕਿਹੜੇ ਟਕਸਾਲੀ ਦੀ ਉਚਾਰਨ ਹੈ? ਇਹ ਸਿੱਖਾਂ ਦਾ ਮਸਲਾ ਤੇ ਇਹੋ ਜਿਹੇ ਪੰਥ ਦੋਖੀਆਂ ਦਾ ਮਸਲਾ, ਧੁੰਦੇ ਵਰਗਿਆਂ ਦਾ। ਤੇ ਅਸੀਂ ਹੁਣ ਪਿੱਛੇ ਜਿਵੇਂ ਇਹਦੀ ਇੱਕ ਦਿਨ ਕਥਾ ਸੁਣ ਰਿਹਾ ਸੀ, ਇਹ ਕਹਿੰਦੇ ਵੀ ਜਿਹੜੇ 40 ਮੁਕਤੇ ਨੇ ਉਹ ਬਾਹਰ ਕਿੱਦਾਂ ਨਿਕਲ ਗਏ ਜਦੋਂ ਇੰਨੀਆਂ ਮੁਗਲ ਫੌਜਾਂ ਖੜੀਆਂ ਸੀ। ਉਹ ਸਾਰਾ ਇਤਿਹਾਸ ਦੇ ਉੱਤੇ ਕਿੰਤੂ ਪਰੰਤੂ ਕੀਤਾ। ਕੱਲ ਨੂੰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਕਿੰਤੂ ਕਰਨਗੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਛੱਡੀ ਹੈ, ਤਾੜੀ ਮਾਰ ਕੇ ਛੱਡੀ ਹੈ, ਉਹ ਕਿੱਦਾਂ ਨਿਕਲ ਗਏ? ਸਵਾਲ ਖੜਾ ਕਰਨਾ ਬੜਾ ਸੌਖਾ ਹੈ, ਕੰਡਮ ਕਰਨਾ ਬੜਾ ਔਖਾ ਹੈ, ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ। ਜਿੱਦਾਂ
ਪੁਰਾਤਨ ਸਮਿਆਂ 'ਚ ਅਸੀਂ ਪੜ੍ਹਦੇ ਹਾਂ ਕਿ ਇੱਕ ਤੇਜਾ ਸਿੰਘ ਭਸੌੜ ਹੋਇਆ। ਤੇਜਾ ਸਿੰਘ ਭਸੌੜ ਨੇ ਕੀ ਕੀਤਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਹਿਲਾਂ ਦਸਮ ਦਾ ਵਿਰੋਧ ਸ਼ੁਰੂ ਕੀਤਾ, ਉਸ ਤੋਂ ਬਾਅਦ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉੱਤੇ ਆਏ, ਉਹਨਾਂ ਨੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚੋਂ ਕੱਢੀ, ਫਿਰ ਸਵਈਏ ਗੁਰੂ ਗ੍ਰੰਥ ਸਾਹਿਬ 'ਚੋਂ ਕੱਢੇ ਜਿਹੜੇ ਭੱਟਾਂ ਦੇ। ਉਸ ਤੋਂ ਉਪਰੰਤ ਹੌਲੀ ਹੌਲੀ ਕਰਦੇ ਉਹਨਾਂ ਨੇ ਮਤਲਬ ਕਿ ਗੁਰੂ ਸਾਹਿਬ ਦੀ ਛਪਾਈ ਕੀਤੀ। ਅੱਜ ਜਿਹੜੀਆਂ ਸੰਪਰਦਾਵਾਂ ਨੂੰ ਅਸੀਂ ਕਹਿੰਦੇ ਆ ਵੀ ਇਹ ਮਾੜੀਆਂ ਨੇ, ਉਹਨਾਂ ਸੰਪਰਦਾਵਾਂ ਨੇ ਹੀ ਉਹਦਾ ਵਿਰੋਧ ਕੀਤਾ ਸੀ ਉਸ ਟਾਈਮ ਤੇ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਆ ਕਿ ਜਿਹੜੇ ਇਹ ਵਿਵਾਦਿਤ ਪ੍ਰਚਾਰਕ ਨੇ, ਸਾਡੀ ਕਿਹੜੀ ਮਜਬੂਰੀ ਹੈ ਕਿ ਜੀ ਗੁਰਦੁਆਰੇ ਸ਼ਾਂਤੀ ਦੇ ਨਾਲ ਚੱਲ ਰਹੇ ਨੇ, ਸੰਗਤ ਆ ਰਹੀ ਹੈ, ਪ੍ਰਚਾਰ ਹੋ ਰਿਹਾ ਗੁਰਮਤਿ ਦਾ, ਬੱਚੇ ਜਿਹੜੇ ਨੇ ਆਣ ਕੇ, ਜਿੰਨਾ ਮੇਰਾ ਖਿਆਲ ਹੈ ਇਸ ਏਰੀਏ ਦੇ ਵਿੱਚ ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਪ੍ਰਚਾਰ ਕਰ ਰਹੀ ਹੈ, ਜਿਹੜੀ ਸੰਸਥਾ ਹੈ ਸਾਰੇ ਸਤਿਕਾਰਯੋਗ ਨੇ ਜਿੰਨੇ ਵੀ ਹੈਗੇ ਨੇ, ਸ਼ਾਇਦ ਹੋਰ ਕਿਤੇ ਨਾ ਹੋਏ। ਜੇ ਕੱਲ ਨੂੰ ਸਰਬਜੀਤ ਸਿੰਘ ਧੁੰਦਾ ਜਿਹੜਾ ਵਿਵਾਦਿਤ ਪ੍ਰਚਾਰਕ ਹੈ ਉਹ ਆਂਦਾ, ਉਹਦਾ ਵਿਰੋਧ ਹੁੰਦਾ ਉੱਥੇ ਜਾਂ ਕੋਈ ਗੱਲਬਾਤ ਹੁੰਦੀ, ਉਹਦਾ ਰਿਸਪੌਂਸੀਬਲ ਕੌਣ ਹੈ, ਜ਼ਿੰਮੇਵਾਰ ਕੌਣ ਹੈ? ਜਦ ਕਿ ਸੰਗਤ ਦੀ ਰਾਏ ਨਹੀਂ ਹੈਗੀ। ਮੈਂ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ ਸੀ, ਪੁੱਛਿਆ ਸੀ, ਉਹ ਕਹਿੰਦਾ ਮੈਨੂੰ ਵੀ ਨਹੀਂ ਪੁੱਛਿਆ ਗਿਆ। ਇਹ ਬਹੁਤ ਮਾੜੀ ਗੱਲ ਹੈ। ਅਸੀਂ ਸਾਰੇ ਭਰਾਵਾਂ ਨੂੰ, ਅਸੀਂ ਇਕੱਠੇ ਰਹਿੰਦੇ ਆ ਇੱਥੇ, ਲੰਬੇ ਟਾਈਮ ਤੋਂ ਜੁੜੇ ਆ, ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ, ਭਾਈ ਆਪਾਂ ਰਲ ਕੇ ਬੈਠੀਏ, ਕੋਈ ਇਦਾਂ ਦਾ ਵਿਵਾਦਿਤ ਪ੍ਰਚਾਰਕ ਆਪਣੇ ਗੁਰਦੁਆਰਾ ਸਾਹਿਬ ਨਾ ਮਗਾਈਏ ਜਿੰਦੇ ਕਰਕੇ ਸਾਡੇ ਬੱਚਿਆਂ ਦੇ ਉੱਤੇ ਬਹੁਤ ਮਾੜਾ ਅਸਰ ਪਏ। ਇੰਨੀਆਂ ਕੁ ਮੈਂ ਬੇਨਤੀਆਂ ਕਰਦਾ ਜੀ, ਬਾਕੀ ਤੁਸੀਂ ਸਮਝਦਾਰ ਹੋ, ਸਾਰਾ ਕੁਝ ਸਮਝਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਲਖਬੀਰ ਸਿੰਘ ਜਿਨ੍ਹਾਂ ਨੇ ਆਪਣੇ ਬਹੁਤ ਹੀ ਚੰਗੇ, ਲਖਵਿੰਦਰ ਸਿੰਘ ਜਿਨ੍ਹਾਂ ਨੇ ਬਹੁਤ ਚੰਗੇ ਤਰੀਕੇ ਨਾਲ ਆਪਣੇ ਵਿਚਾਰ ਰੱਖੇ ਆ। ਔਰ ਜਿਵੇਂ ਇਹਨਾਂ ਨੇ ਕਿਹਾ ਕਿ ਕੱਲ ਨੂੰ ਜੇ ਉੱਥੇ ਉਹਦਾ ਵਿਰੋਧ ਹੁੰਦਾ, ਕੋਈ ਐਸੀ ਗੱਲ ਹੁੰਦੀ ਹੈ, ਉਹਦਾ ਕੌਣ ਜ਼ਿੰਮੇਵਾਰ ਆ? ਮੈਂ ਇਹ ਸਪਸ਼ਟ ਕਹਾਂਗਾ ਵੀ ਉਹਦਾ ਜ਼ਿੰਮੇਵਾਰ ਉਹ ਲੋਕ ਹੋਣਗੇ ਜਿਨ੍ਹਾਂ ਨੇ ਉਹਨੂੰ ਗੁਰਦੁਆਰਾ ਸਾਹਿਬ 'ਚ ਕਥਾ ਕਰਨ ਵਾਸਤੇ ਸੱਦਾ ਪੱਤਰ ਦਿੱਤਾ ਜਾਂ ਲਿਆਂਦਾ। ਦੇਖਦੇ ਰਹਿਣਾ ਸਬਰੰਗ TV।